ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਬਿਲਾਵਲ ਮਹਲਾ ਪਹਿਲਾ ਚੌਪਦੀ ਘਰ ਪਹਿਲਾ। ਤੂੰ ਸੁਲਤਾਨ ਕਹਾਂ ਮੀਆਂ ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਜੋ ਤੂੰ ਦੇਹ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸੱਚ ਮੈਂ ਰਹੂੰ ਰਜ਼ਾਈ। ਰਹਾ ਜੋ ਕਿਛ ਹੋਆ ਸਭ ਕਿਛ ਤੁਝ ਤੇ ਤੇਰੀ ਸਭ ਯਸ਼ਨਾਈ। ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧੁਲੇ ਕਿਆ ਚਤੁਰਾਈ। ਕਿਆ ਹਉ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥ ਨਾ ਜਾਈ। ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ। ਏਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ। ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨ ਜਾਈ। ਏਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ। ਭਗਤਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨ ਜਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਸ਼ਾਮ ਸਮੇਂ ਸਤਸੰਗਤ ਦੀਆਂ ਘੜੀਆਂ ਸਾਨੂੰ ਪ੍ਰਾਪਤ ਹੋਈਆਂ ਨੇ। ਗੁਰਬਾਣੀ ਦੀ ਲੜੀਵਾਰ ਵਿਆਖਿਆ ਵਿੱਚ ਬਿਲਾਵਲ ਰਾਗ ਇਹ ਪ੍ਰਾਰੰਭ ਹੈ। ਪਹਿਲਾ ਹੀ ਸ਼ਬਦ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਨ ਕੀਤਾ ਗਿਆ ਸਾਨੂੰ ਪ੍ਰਾਪਤ ਹੋ ਰਿਹਾ ਹੈ। ਇਸ ਪਾਵਨ ਬਚਨ ਦੀ ਵਿਆਖਿਆ ਅਸੀਂ ਪ੍ਰਾਰੰਭ ਕਰ ਚੁੱਕੇ ਹਾਂ। ਵਿਸਥਾਰਤ ਦੇ ਨਾਲ ਵਿਚਾਰਦਿਆਂ ਹੋਇਆਂ ਪਿੱਛੇ ਰਹਾਉ ਦਾ ਬੰਦ ਤੇ ਸ਼ੁਰੂਆਤੀ ਪਦੇ ਨੂੰ ਅਸੀਂ ਵਿਚਾਰ ਰਹੇ ਸੀਗੇ। ਅੱਜ ਯਤਨ ਕਰਾਂਗੇ ਸਮੁੱਚੇ ਸ਼ਬਦ ਦਾ ਅਸੀਂ ਭਾਵ ਮਾਣ ਸਕੀਏ। ਗੁਰਦੇਵ ਜੋ ਜ਼ਿਕਰ ਕਰ ਰਹੇ ਸੀ, ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸੱਚ ਮੈਂ ਰਹੂੰ ਰਜ਼ਾਈ। ਰਹਾਉ ਤੇਰੇ ਗੁਣ ਗਾਵਾਂ ਦੇਹ 부ਝਾਈ। ਬੀਤੇ 'ਚ ਬਾਤ ਹੋਈ ਸੀ ਕਿਸੇ ਚੀਜ਼ ਦੇ ਅੰਦਰ ਦੇ ਭੇਦ ਨੂੰ ਗੁੰਝਲ ਨੂੰ ਬੁੱਝ ਲੈਣਾ ਜਾਣ ਲੈਣਾ। ਹੇ ਅਕਾਲ ਪੁਰਖ ਵਾਹਿਗੁਰੂ ਮੈਂ ਤੇਰੀ ਵਡਿਆਈ ਕਰ ਸਕਾਂ ਮੈਨੂੰ ਇਹੋ ਜਿਹੀ ਬੁਝਾਰਤ ਬੁਝਾ ਦੇ, ਇਹੋ ਜਿਹੀ ਸਮਝ ਆ ਜਾਏ, ਸੋਝੀ ਆ ਜਾਏ। ਤੇ ਉਹ ਸੋਝੀ ਇਹੀ ਹੈ ਜੈਸੇ ਸੱਚ ਮੈਂ ਰਹੂੰ ਰਜ਼ਾਈ, ਕਿ ਮੈਂ ਤੇਰੀ ਰਜ਼ਾ ਵਿੱਚ ਰਾਜ਼ੀ ਰਹਿਣਾ ਸਿੱਖ ਜਾਵਾਂ। ਇਹੀ ਗੁਣਗਾਨ ਹੈ ਰੱਬ ਜੀ ਦਾ। ਲਫ਼ਜ਼ਾਂ ਦੀ ਜਾਦੂਗਰੀ ਤਿਲਸਮਕਾਰੀ ਹਰਫਾਂ ਅੱਖਰਾਂ ਅਲਫਾਜ਼ਾਂ ਵਾਕਾਂ ਕਿਸੇ ਫਲਸਫੇ ਕਿਸੇ ਖਾਸ ਗਾਇਨ ਪ੍ਰਪਾਟੀ ਕਲਾ ਆਦਿ ਇਹਦੇ ਨਾਲ ਕੋਈ ਭਗਤੀ ਕੋਈ ਉਸ ਕਿਸਮ ਦੀ ਬੰਦਗੀ ਕੋਈ ਭਾਵ ਇਹ ਨਹੀਂ ਹੋ ਪਾਇਆ, ਨਾ ਕਦੀ ਹੋ ਪਾਏਗਾ। ਜੇ ਚੀਜ਼ ਕਿਸੇ ਰੂਪ ਵਿੱਚ ਹੋ ਸਕਦੀ ਹੁੰਦੀ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਕਦੀ ਇਹ ਸ਼ਬਦ ਨਾ ਪੜ੍ਹਦੇ ਅਸੀਂ। ਜਦੋਂ ਅਸੀਂ ਪੜ੍ਹਦੇ ਹਾਂ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੈ। ਕੋਈ ਬੜੀ
ਸਫਿਸਟੀਕੇਟਡ ਵੇ ਦੇ ਨਾਲ, ਬੜੀਆਂ ਵੱਖਰੀਆਂ ਵੱਖਰੀਆਂ ਟੈਕਨੀਕਸ ਦੇ ਨਾਲ, ਬੜੇ ਵੱਖਰੇ ਵੱਖਰੇ ਮਕੈਨਿਜ਼ਮ ਯੂਜ਼ ਕਰਕੇ ਉਸ ਕਰਤਾਰੀ ਹਸਤੀ ਦਾ ਗਾਇਨ ਕਰਦਾ ਹੈ, ਸਤੁਤੀ ਕਰਦਾ ਹੈ, ਉਹਦੀ ਪ੍ਰੇਜ਼ ਕਰਦਾ ਹੈ, ਉਹਨੂੰ ਰਿਸਾਈਟ ਕਰਦਾ ਹੈ। ਬਾਬਾ ਜੀ ਕਹਿੰਦੇ ਕੋਈ ਗਾਵੈ ਰਾਗੀ ਨਾਦੀ ਬਹੁ ਬੇਦੀ ਬਹੁ ਭਾਂਤ ਕਰ, ਬੜੇ ਵੱਖਰੇ ਵੱਖਰੇ ਤਰੀਕਿਆਂ ਦੇ ਨਾਲ। ਨਹੀਂ ਹਰ ਹਰ ਭਿੱਜੈ ਰਾਮ ਰਾਜੇ, ਮਤਲਬ ਫਿਰ ਵੀ ਉਹ ਭਿੱਜ ਜਾਏ, ਉਹ ਟੁੱਟ ਪਏ, ਜ਼ਰੂਰੀ ਤੇ ਨਹੀਂ ਨਾ ਹੈਗਾ। ਇਹ ਸਾਰਾ ਵਰਣਨ ਇਸੇ ਰੂਪ ਦੇ ਵਿੱਚ ਆ ਕਿ ਜੈਸੇ ਸੱਚ ਮੈਂ ਰਹੋ ਰਜ਼ਾਈ, ਇਹ ਜਾਚ ਆ ਜਾਏ ਮੈਨੂੰ। ਤੇ ਸੱਚ ਮੈਂ ਰਹੋ ਰਜ਼ਾਈ ਜਿਹੜਾ ਰਜ਼ਾ ਦਾ ਧਾਰਨੀ ਹੈ, one who is able to follow the law of universe, one who is able to understand law of cosmos, one who is able to understand inner instinct in a real manner, in a ultimate realities manner. That is real understanding of ourselves, that is the real understanding of Almighty. ਇਸ ਕਿਸਮ ਦਾ ਮੈਸੇਜ ਹੈ। ਬਾਬਾ ਜੀ ਕਹਿੰਦੇ ਜੇ ਇਹ ਨਾ ਬਣਿਆ, ਬਾਕੀ ਰਾਗਾਂ ਬੇਦਾਂ ਨਾਦਾਂ ਫਲਸਫਿਆਂ ਘੋਟ ਕੇ ਇਹਦੇ ਨਾਲ ਤਾਂ ਕੋਈ ਬਹੁਤ ਵੱਡੀ ਗੱਲਬਾਤ ਨਹੀਂ ਬਣ ਸਕਦੀ। ਮੋਸਟਲੀ ਧਰਮ ਜਾਂ ਧਰਮ ਗ੍ਰੰਥਾਂ ਦਾ ਜਿਹੜਾ ਵੇਰਵਾ ਹੈ ਉਹ ਇਸੇ ਚੀਜ਼ ਉੱਤੇ ਖੜਾ ਹੈ ਕਿ ਬੰਦੇ ਦੀ ਬੌਧਿਕ ਕਸ਼ਮਤਾ ਨੂੰ ਵਧਾ ਦਿਓ, ਬੌਧਿਕ ਕਸ਼ਮਤਾ ਦੇ ਅਕੋਰਡਿੰਗਲੀ ਉਹਨੂੰ ਚੀਜ਼ਾਂ ਅਪੀਲ ਕਰ ਜਾਣ। ਨੋ ਡਾਊਟ ਇਹਦਾ ਇੱਕ ਤਵਾਜ਼ਨ ਹੈ, ਇਹਦੀ ਇੱਕ ਵੁਕਤ ਆ, ਇਹਦੀ ਇੱਕ ਵੈਲਿਊ ਆ, ਪਰ ਇਹ ਸਭ ਤਾਂ ਹੀ ਵੈਲਿਊ ਰੱਖਦਾ ਆ ਜੇ ਬੰਦੇ ਦੇ ਜੀਵਨ ਦੇ ਵਿੱਚ ਸੁਧਾਰ ਆਉਂਦਾ ਆ, ਅਪਲਿਫਟਿੰਗ ਹੁੰਦੀ ਹੈ ਸਪਿਰਿਚੁਅਲ ਸਾਈਡ ਤੋਂ, ਐਥੀਕਲ ਸਾਈਡ ਤੋਂ, ਪ੍ਰਿੰਸੀਪਲ ਸਾਈਡਸ ਤੋਂ, ਹਿਊਮੈਨਿਟੇਰੀਅਨ ਗਰਾਊਂਡ ਦੇ ਸਾਈਡ ਤੋਂ, ਉੱਥੇ ਬੰਦੇ ਨੂੰ ਕੁਝ ਪ੍ਰਾਪਤ ਹੋ ਰਿਹਾ ਹੈ। ਅਦਰਵਾਈਜ਼ ਬਾਣੀ ਦਾ ਬਚਨ ਤੇ ਬੜਾ ਕਲੀਅਰ ਹੈ, ਕਿਆ ਪੜ੍ਹੀਏ ਕਿਆ ਗੁਨੀਆਂ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਜੇ ਉਸ ਸਹਿਜ ਦੇ ਰਸ ਨੂੰ ਹੀ ਨਹੀਂ ਮਾਣ ਪਾ ਰਹੇ ਤੇ ਫਿਰ ਆ ਕੀ ਪੜ੍ਹਨਾ ਸੁਣਨਾ ਸਭ ਕੀ ਲੇਖੇ 'ਚ ਆਏਗਾ। ਇਸ ਨੂੰ ਤੇ ਬਾਬਾ ਜੀ ਨੇ ਹੋਰ ਕਲੀਅਰ ਕਰ ਦਿੱਤਾ। ਭਾਈ ਉਹਦੇ ਗੁਣਗਾਨ ਕਰਦਿਆਂ ਤੂੰ ਕੀ ਲਿਖੇਂਗਾ, ਕੀ ਪੜ੍ਹੇਂਗਾ, ਕੀ ਵੱਡੇ ਤੋਂ ਵੱਡਾ ਗਾ ਸਕੇਗਾ, ਕੀ ਵੱਡੇ ਤੋਂ ਵੱਡਾ ਬਿਆਨ ਕਰ ਸਕੇਗਾ। ਅਸੀਂ ਸ਼ਬਦ ਪੜ੍ਹ ਦਿੰਦੇ ਹਾਂ, ਮਹਾਰਾਜ ਬਿਆਨ ਕਰਦੇ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਏ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀਏ ਖਾਤ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ। ਭਈ ਕਰ ਲਓ। ਜੈਸੇ ਸੱਚ ਮੈਂ ਰਹੂੰ ਰਜ਼ਾਈ, ਗੱਲ ਤੇ ਇਹ ਹੈ ਮੈਨੂੰ ਸਚਿਆਰ ਹੋਣਾ ਆਵੇ। ਤੇ ਸਚਿਆਰ ਹੋਣਾ ਨਾ ਤੇ ਕੋਈ ਸ਼ੋ ਆਫ ਕਰਨ ਦੀ ਗੱਲ ਆ, ਵਿਖਾਵਾ ਕਰਨ ਦੀ ਗੱਲ ਆ, ਨਾ ਕੁਝ ਖਾਸ ਕਿਸਮ ਦੀ ਗਿਣਤੀ ਮਿਣਤੀ ਮੈਥਡ ਕੋਈ ਮਕੈਨਿਜ਼ਮ ਇਹਨੂੰ ਫੋਲੋ ਕਰਨ ਦੀ ਗੱਲ ਆ। ਇਹ ਤਾਂ ਹੈ ਅੰਦਰ ਆਪਣੇ ਆਪੇ ਨੂੰ ਬੁੱਝ ਲੈਣਾ, ਜਾਣ ਲੈਣਾ, ਸਮਝ ਲੈਣਾ। ਤੇ ਉਹ ਜਾਣਨਾ ਸ਼ੁਰੂਆਤ ਤੇ ਇੱਥੋਂ ਹੀ ਹੋਏਗੀ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਾਹ, ਆਪਣੀ ਕਾਲਖ ਦਿਸੇਗੀ। ਹਮ ਅਵਗੁਣ ਭਰੇ ਏਕ ਗੁਣ ਨਾ ਹੀ, ਅੰਮ੍ਰਿਤ ਛਾੜ ਬਿਖੈ ਬਿਖਾਹੀ, ਇਹ ਸਮਝਣਾ ਆਵੇਗਾ। ਇਹੀ ਇੱਥੋਂ ਸ਼ੁਰੂਆਤ ਹੋਏਗੀ। ਫਿਰ ਹੌਲੀ ਹੌਲੀ ਸੁਧਾਰ ਵੀ ਹੋਏਗਾ। ਸੁਧਾਰ ਵਾਸਤੇ ਕਾਲੇ ਵੀ ਪਵਾਂਗੇ। ਕਿਤੇ ਕਿਤੇ ਅਹਿਸਾਸ ਹੋਵੇਗਾ ਕਿ ਉਹ ਵੈਸਾਖ ਧੀਰਣ ਕਿਉਂ ਵਾਂਡੀਆਂ, ਜਿੰਨਾ ਪ੍ਰੇਮ ਵਿਛੋ ਵੀ ਮਾਲਕਾ ਧੀਰਜ ਨਹੀਂ ਵੱਜਦਾ। ਇੰਝ ਲੱਗਦਾ ਹੈ ਉਸ ਤੇਰੇ ਪਿਆਰ ਸਨੇਹ ਤੋਂ ਟੁੱਟ ਗਏ ਆ। ਇਹ ਇਸੇ ਕਰਕੇ ਤੇ ਜੀਵਨ 'ਚ ਕੋਈ ਚੜ੍ਹਦੀ ਕਲਾ ਨਹੀਂ ਆ ਰਹੀ। ਪਰ ਸਭ ਕਹਿੰਦੇ ਫਿਰ ਜਾਣਨਾ ਪਏਗਾ, ਆਪਣੀ ਸ਼ਕਤ, ਆਪਣੇ ਆਪ ਨੂੰ ਪਹਿਚਾਨਣਾ ਪਏਗਾ ਭਈ ਕਿੱਥੇ ਖੜਦੇ ਆ ਜਾ ਕੇ। ਤੇ ਫਿਰ ਅਖੀਰ ਇੱਕ ਦਿਨ ਵੀ ਚੜ੍ਹੇਗਾ ਉਸ ਕਾਲੀ ਬੋਲੀ ਰਾਤ ਤੋਂ ਬਾਅਦ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰਾ ਨਾਲ ਹੈ ਗੁਰਮਤਿ ਰੰਗਮਾਨ, ਜੈਸੇ ਸੱਚ ਮੈਂ ਰਹੂੰ ਰਜ਼ਾਈ। ਇਹ ਹੈ ਉਸ ਜ਼ਾਹਰਾ ਤਸਵੀਰ ਤੱਕ ਪਹੁੰਚਣ ਵਾਸਤਾ ਤਰੀਕਾ। ਇਹੀ ਉਹਦੀ ਸਤੁਤੀ ਗਾਉਣੀ ਹੈ, ਭਜਨ ਬੰਦਗੀ ਹੈ, ਇਹੀ ਇਬਾਦਤ ਹੈ। ਦਿਸ ਇਜ਼ ਦ ਰੀਅਲ devotional exercise which Baba Ji is teaching in this particularly in this Shabad and as well as whole Guru Granth Sahib Maharaj. So जो बचन है रहाओ ਦਾ ਬੰਦ ਇਹ ਸੀਗਾ। ਸ਼ੁਰੂਆਤ 'ਚ ਗੁਰੂ ਸਾਹਿਬ ਨੇ ਵੀ ਇੱਥੇ ਕੱਲ ਬਾਤ ਕਰ ਰਹੇ ਸੀ, ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਬੰਦੇ ਨੂੰ ਜਿੰਨੀ ਕੁ ਕੁਦਰਤ ਨੇ ਬੌਧਿਕ ਸਮਰੱਥਾ ਦਿੱਤੀ ਹੈ, ਜਿਸ ਨੂੰ ਅਸੀਂ ਬਹੁਤ ਸਿੰਪਲ ਲਫ਼ਜ਼ਾਂ 'ਚ ਇਸ ਤਰ੍ਹਾਂ ਪੜ੍ਹਦੇ ਹਾਂ ਵੀ ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਪਿਨ ਪਿਨ ਤੋਹੇ ਤੇਤੀ। ਜਿਤਨੀ ਕੁ ਬੌਧਿਕ ਕਸ਼ਮਤਾ ਆ, ਜਿਤਨਾ ਕੁ ਵਿਜ਼ਨ ਆ, ਜਿਵੇਂ ਆਪਾਂ ਮਦਰ ਨੇਚਰ ਦੇ ਤਵਾਜ਼ਨ 'ਤੇ ਦੇਖੀਏ ਚੀਜ਼ਾਂ ਨੂੰ ਐਗਜ਼ਾਮਪਲ ਕਰਕੇ, ਸਾਡੀ ਇੱਕ ਖਾਸ ਲਿਸਨਿੰਗ ਫਰੀਕੁਐਂਸੀ ਹੈਗੀ ਹੈ। ਇੱਕ ਸਰਟਨ ਜੋ ਲੈਵਲ ਦਾ ਸਾਊਂਡ ਘੱਟ, ਉਸ ਤੋਂ ਘੱਟ ਹੋਏ ਉਹ ਨਹੀਂ ਸੁਣ ਸਕਦਾ ਸਾਨੂੰ।
ਸਾਡੇ ਮੁਕਾਬਲਤਨ ਦੂਜੇ ਜਾਨਵਰ ਸੁਣ ਲੈਂਦੇ ਨੇ, ਬਿੱਲੀਆਂ ਸੁਣ ਲੈਂਦੀਆਂ ਨੇ, ਕੁੱਤੇ ਸੁਣ ਲੈਂਦੇ ਨੇ, ਬਹੁਤ ਸਾਰੇ ਐਸੇ ਜਾਨਵਰ ਨੇ ਜਿਹੜੇ ਬਹੁਤ ਮਹੀਮ ਸਾਊਂਡ ਸੁਣਦੇ ਨੇ, ਸਾਨੂੰ ਨਹੀਂ ਪਤਾ ਲੱਗਦਾ। ਫਿਰ ਇੱਕ ਸਰਟਨ ਲੈਵਲ ਤੋਂ ਅਪ ਵੀ ਸਾਊਂਡ, ਉਹ ਵੀ ਨਹੀਂ ਕੰਨ ਫੜ ਸਕਦੇ। ਉਹ ਸਾਊਂਡ ਵੀ ਸੁਣਨ ਵਾਲੇ ਹੋਰ ਤੁਹਾਨੂੰ ਇਸ ਕਾਇਨਾਤ 'ਚ ਬੜੇ ਮਿਲ ਜਾਣਗੇ, ਪਰ ਸਾਡਾ ਅਸੀਂ ਨਹੀਂ ਸੁਣ ਪਾਉਂਦੇ। ਐਗਜ਼ੈਕਟਲੀ ਬੰਦੇ ਦੀ ਬੌਧਿਕ ਖਮਤਾ ਵੀ ਇਸੇ ਰੂਪ ਦੇ ਵਿੱਚ ਆ। ਅਸੀਂ ਜਿੰਨਾ ਮਰਜ਼ੀ ਦਾਅਵਾ ਕਰੀਏ ਸਾਨੂੰ ਸਭ ਪਤਾ ਆ, ਅਸੀਂ ਸਭ ਜਾਣਦੇ ਹਾਂ, ਡੀਪ ਲੈਵਲ 'ਤੇ ਦੇਖਾਂਗੇ ਤਾਂ ਸਾਡਾ ਕੁਝ ਸਿੱਖਿਆ ਸਿਖਾਇਆ ਬਿਹੇਵੀਅਰ ਹੁੰਦਾ ਆ। ਜਿੰਨਾ ਕੁ ਐਕਸਪੋਜ਼ਰ ਹੈ ਉਹਦੇ ਮੁਤਾਬਕ ਸਾਨੂੰ ਚੀਜ਼ਾਂ ਬਾਰੇ ਪਤਾ ਸਮਝਿਆ। ਦਾਅਵੇਦਾਰੀ ਆਉਂਦੀ ਹੈ ਕਿਉਂਕਿ ਹੰਕਾਰ ਅੰਦਰ ਬੈਠਾ, ਅਹੰਗ ਹੈ, ਅਹੰਗ ਕਹਿੰਦਾ ਮੈਂ ਹਾਂ, ਅਤੇ ਉਸ ਰੂਪ ਦੇ ਵਿੱਚ ਫਿਰ ਅਸੀਂ ਹਰ ਚੀਜ਼ ਨੂੰ ਆਪਣੇ ਹੀ ਕਹੇ ਮੁਤਾਬਕ, ਆਪਣੇ ਹੀ ਦੱਸੇ ਮੁਤਾਬਕ, ਆਪਣੇ ਹੀ ਸੋਚੇ ਮੁਤਾਬਕ ਸਹੀ ਮੰਨਦੇ ਹਾਂ। ਰੱਬ ਦੇ ਬਾਬਤ ਵੀ ਲੋਕਾਂ ਦੀ ਇਹ ਰਾਏ ਰਹੀ ਹੈ ਸ਼ੁਰੂਆਤ ਤੋਂ। ਇਸੇ ਕਰਕੇ ਝਗੜੇ ਨੇ, ਸੰਪਰਦਾਇਕਤਾ ਹੈ। ਬੀਤੇ ਕੱਲ੍ਹ ਵੀ ਆਪਾਂ ਬਾਤ ਕਰ ਰਹੇ ਸੀਗੇ ਕਿ ਜਦੋਂ ਮਨੁੱਖ ਬਹੁਤ ਸਪਿਰਿਚੁਅਲ ਹੋ ਜਾਂਦਾ ਆ, ਉਹ ਸੰਪਰਦਾਇ ਨਹੀਂ ਰਹਿ ਜਾਂਦਾ, ਫੈਨੈਟਿਕ ਨਹੀਂ ਰਹਿ ਜਾਂਦਾ। ਉਹਦੇ 'ਚ ਕੋਈ ਸੈਕਟਿਜ਼ਮ, ਕੋਈ ਖਾਸ ਕਿਸਮ ਦਾ ਰਿਲੀਜੀਅਸ ਸੈਕਟ, ਕੋਈ ਖਾਸ ਕਿਸਮ ਦਾ ਬਲੀਵ ਸੈਕਟ, ਇਹ ਚੀਜ਼ਾਂ ਛੋਟੀਆਂ ਹੋ ਜਾਂਦੀਆਂ ਨੇ। ਇਹੀ ਗੁਰੂ ਸਾਹਿਬ ਨੇ ਸਿਖਾਇਆ ਸੀਗਾ। ਆਪਾਂ ਤੇ ਅਕਸਰ ਸ਼ਬਦ ਪੜ੍ਹਦੇ ਹਾਂ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਾਈਆਂ। ਭਾਈ ਕਿਸੇ ਦੇ ਖੁਦਾ ਖੁਦਾ ਕਹਿਣ ਨਾਲ ਨਾ ਉਹ ਸ਼ਕਤੀ ਘਟਦੀ ਹੈ, ਕਿਸੇ ਦੇ ਰਾਮ ਰਾਮ ਕਹਿਣ ਨਾਲ ਨਾ ਉਹ ਸ਼ਕਤੀ ਘਟਦੀ ਹੈ, ਨਾ ਖੁਦਾ ਖੁਦਾ ਕਹਿਣ ਨਾਲ ਵੱਧਦੀ ਹੈ, ਨਾ ਰਾਮ ਰਾਮ ਕਹਿਣ ਨਾਲ ਵੱਧਦੀ ਹੈ। ਇਹ ਤਾਂ ਹੈ ਕੁਝ ਕਲਚਰਲ ਸਾਈਡਸ ਤੋਂ, ਕੁਝ ਪੁਰਖਿਆਂ ਦੇ ਪੱਖ ਤੋਂ ਬੰਦਿਆਂ ਨੇ ਕੁਝ ਚੀਜ਼ਾਂ ਸਿੱਖੀਆਂ ਨੇ। ਬਾਬਾ ਜੀ ਕਹਿੰਦੇ ਉਹਨਾਂ ਸਿੱਖੀਆਂ ਹੋਈਆਂ ਚੀਜ਼ਾਂ ਨੂੰ ਵੀ ਦਰੁਸਤ ਕਰ ਸਕਦੇ ਹਾਂ ਅਸੀਂ, ਇਹ ਨਹੀਂ ਹੈ। ਇਸੇ ਕਰਕੇ ਗੁਰਮਤਿ ਆਸ਼ੇ 'ਚ ਕਿਹਾ ਗਿਆ ਭਈ ਮੁਸਲਮਾਨ ਹੋਣਾ ਸਾਡੇ ਲਈ ਕੋਈ ਗਲਤ ਗੱਲ ਨਹੀਂ। ਕੋਈ ਮੁਸਲਮਾਨ ਹੋ ਜਾਏ, ਹੋਏ ਮੁਸਲਮਾਨ, ਪਰ ਕੁਝ ਈਮਾਨ ਪ੍ਰਸਤਗੀ ਆਵੇ, ਉਹਦੇ 'ਚ ਇਨਸਾਨੀਅਤ ਆਵੇ, ਸ਼ੁਭ ਗੁਣਤਾ ਆਵੇ। ਜੇ ਉਸ ਰੱਬ ਨੂੰ ਕਾਦਰ ਕਰੀਮ ਕਹਿੰਦਾ ਤੇ ਉਹਦਾ ਕਰਮ ਪ੍ਰਾਪਤ ਕਰਨ ਵਾਸਤੇ ਆਪਣੇ ਅੰਦਰ ਵੀ ਕੁਝ ਲੋਕਾਂ 'ਤੇ ਕਰਮ ਕਰਨ, ਤਰਸ ਕਰਨ, ਦਇਆ ਕਰਨ, ਕੰਪੈਸ਼ਨੇਟ ਹੋਣ ਦੀ ਕੋਈ ਐਬਿਲਿਟੀ ਹੋਵੇ ਪੈਦਾ। ਇਹਦੀ ਬਾਤ ਕੀਤੀ ਗੁਰਮਤਿ ਨੇ ਕਿਹਾ ਰੱਬ ਦੇ ਨਾਂ 'ਤੇ ਝਗੜਾ ਕਾਹਦਾ ਕਰਨਾ ਆ? ਰੱਬ ਦੇ ਨਾਂ ਦੇ ਉੱਤੇ ਵੱਖਰੇ ਵੱਖਰੇ ਬਲੀਫ ਸਿਸਟਮ ਵਿੱਚ ਰਹਿਣ ਵਾਲੇ ਮਨੁੱਖਾਂ ਦੀ ਬਰਖਲਾਫਤ 'ਚ ਕਿਉਂ ਜਾਣਾ ਆ? ਮਨੁੱਖਤਾ ਨੂੰ ਮਨੁੱਖਤਾ ਕਰਕੇ ਜਾਣਿਆ ਜਾਏ। ਮਨੁੱਖਤਾ ਦੀਆਂ ਕੁਝ ਸਾਂਝੀਆਂ ਲੋੜਾਂ ਨੇ। ਭੁੱਖ ਸਭ ਨੂੰ ਲੱਗਦੀ ਹੈ, ਦੁੱਖ ਸਭ ਨੂੰ ਲੱਗਦਾ ਆ, ਧੁੱਪ ਛਾਂ ਦਾ ਸਭ ਨੂੰ ਫਰਕ ਪੈਂਦਾ ਆ। ਇਸ ਕਰਕੇ ਸਭ ਦੇ ਦੁੱਖ ਸਾਂਝੇ ਨੇ, ਸਭ ਦੀ ਹੋਣੀ ਸਾਂਝੀ ਹੈ। ਇੱਥੋਂ ਫਿਰ ਕੁਝ ਚੀਜ਼ਾਂ ਸਿੱਖੀ ਐਕਸਰਸਾਈਜ਼ 'ਚ ਆਈਆਂ ਨੇ। ਲੰਗਰ ਸਾਰਿਆਂ ਲਈ ਸਾਂਝੇ ਨੇ, ਸਭ ਲਈ ਖੋਲ੍ਹੋ ਭਾਈ। ਗੁਰਦੁਆਰੇ ਦੇ ਦਰਵਾਜ਼ੇ ਸਭ ਲਈ ਖੁੱਲ੍ਹੇ ਨੇ। ਇਸੇ ਕਰਕੇ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਬਣਾ ਦਿੱਤੇ ਉਸ ਰੂਪ ਦੇ ਵਿੱਚ। ਭਾਰਤੀ ਖਿੱਤੇ ਦੇ ਵਿੱਚ ਵਰਨ ਵੰਡ ਬਣਾ ਕੇ ਇੱਕ ਦੂਜੇ ਦੇ ਖਿਲਾਫ ਖੜਾ ਕੀਤਾ ਗਿਆ ਤੇ ਕਿਹਾ ਗਿਆ ਨਾ ਨਾ, ਇਹਦੀ ਕੈਟਾਗਰੀ ਛੋਟੀ, ਇਹਦੀ ਕੈਟਾਗਰੀ ਵੱਡੀ ਹੈ, ਇਹਨੂੰ ਇਸ ਐਲੀਟ 'ਚ ਰੱਖੋ, ਇਹਦੀ ਕਲਾਸ ਆ ਬਣਾ ਦਿਓ, ਇਹਨੂੰ ਇਸ ਲੈਵਲ 'ਤੇ ਲੈ ਆਓ। ਕਾਸਟਿਜ਼ਮ ਬਾਬਾ ਜੀ ਨੇ ਬਿਆਨ ਕੀਤਾ, ਨਾ ਭਾਈ, ਖੱਤਰੀ, ਬ੍ਰਾਹਮਣ, ਸੂਦ, ਵੈਸ, ਉਪਦੇਸ਼, 4 ਵਰਨਾਂ ਕੋ ਸਾਂਝਾ। ਇਹ 4 ਵਰਨਾਂ ਨੂੰ ਸਾਂਝਾ ਭਾਈ, ਕਾਹਦੇ ਲਈ ਵਿਤ ਕਰੇ। ਸੋ ਇਹ ਹੈ ਰੱਬੀ ਨਿਜ਼ਾਮ ਨੂੰ ਸਹੀ ਰੂਪ ਵਿੱਚ ਸਮਝਣਾ। ਪਰ ਜਿੱਥੇ ਇਹ ਕਿਹਾ ਜਾਏ ਕਿ ਨੋ ਨੋ ਨੋ, ਬਿਕੋਜ਼ ਮੈਂ ਇੱਕ ਖਾਸ ਨਾਮ ਨਾਲ ਰੱਬ ਨੂੰ ਬੁਲਾ ਸਕਦਾ, ਮੇਰਾ ਬਿਲੀਵ ਸਿਸਟਮ ਕਹਿੰਦਾ ਕਿ ਇਹ ਜਿਹੜੀ ਮੇਰਾ ਸਕ੍ਰਿਪਚਰ ਜਾਂ ਮੇਰੀ ਆਈਡੀਓਲੋਜੀ ਹੈ, ਇਹਦੇ ਮੁਤਾਬਕ ਹੀ ਰੱਬ ਪੂਰਾ ਹੁੰਦਾ ਆ। ਸੋ ਮਾਈ ਪ੍ਰੇਅਰ, ਮਾਈ ਪ੍ਰੇਜ਼ ਟੂਵਰਡ ਰੱਬ ਜੀ ਇਜ਼ ਗ੍ਰੇਟਰ ਦੈਨ ਐਨੀਬਡੀ ਐਲਸ। ਬਾਬਾ ਜੀ ਕਹਿੰਦੇ ਤੂੰ ਸੁਲਤਾਨ ਕਹਾਂ ਹੋ ਮੀਆਂ। ਇਸ ਤਰ੍ਹਾਂ ਆ ਕਿਸੇ ਬਾਦਸ਼ਾਹ ਨੂੰ ਤੁਸੀਂ ਇੱਕ ਆਰਡੀਨਰੀ ਲੈਵਲ 'ਤੇ ਲਿਆ ਰਹੇ ਹੋ। ਰੱਬ ਜੀ ਬਾਰੇ ਕੀ ਕਹੋਗੇ? ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ, ਬੇਸ਼ੁਮਾਰ, ਅਥਾਹ, ਅਗਨਤ, ਅਤੋਲ, ਜਿਹਦਾ ਸ਼ੁਮਾਰ ਕੋਈ ਨਹੀਂ, ਜਿਹਨੂੰ ਦੀ ਗਿਣਤੀ ਨਹੀਂ ਹੋ ਸਕਦੀ, ਜਿਹਨੂੰ ਤੋਲਿਆ ਨਹੀਂ ਜਾ ਸਕਦਾ। ਬਾਬਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੋ, ਜਪਜੀ ਸਾਹਿਬ, ਸਰਲ ਰੂਪ ਦੇ ਵਿੱਚ। ਬਾਬਾ ਜੀ ਕਹਿੰਦੇ ਰੱਬ ਜੀ ਦਾ ਕੀ ਕਹਾਂਗਾ? ਆਦ, ਅਨੀਲ, ਅਨਾਦ, ਅਨਾਹਤ, ਜੁਗ ਜੁਗ ਏਕੋ ਵੇਸ। ਉਹ ਆਦ ਵੀ ਹੈ, ਉਹ ਅਨੀਲ ਵੀ ਹੈ, ਉਹ ਅਨਾਦ ਵੀ ਹੈ। ਆਦ ਮੀਨ ਸਾਡੇ ਸਭ ਦੀ ਬਿਗਨਿੰਗ ਹੀ ਉਹ ਹੈ, ਸਾਡੇ ਸਭ ਦਾ ਵਜੂਦ ਹੀ ਉਹ ਹੈ, ਬੇਸ ਹੀ ਉਹ ਆ। ਅਨੀਲ ਆ, ਕਿਸੇ ਵੀ ਦਾਗ ਵਿੱਚ ਨਹੀਂ ਆਉਂਦਾ। ਉਹ ਜੇ ਬਹੁਤ ਡੀਪ ਲੈਵਲ 'ਤੇ ਬੰਦਾ ਉਸ ਕਰਤਾਰੀ ਹਸਤੀ ਦੇ ਨਾਲ ਜੁੜ ਜਾਏਗਾ ਤੇ ਪਤਾ ਲੱਗੇਗਾ ਨਾ ਤੇ ਕੁਝ ਅਸ਼ੁਭ ਹੈ ਤੇ ਨਾ ਕੁਝ ਅਸ਼ੁਭ ਕਰਨਾ ਚਾਹੀਦਾ ਹੈ, ਨਾ ਤੇ ਕੋਈ ਮੈਲ ਹੈ ਤੇ ਨਾ ਕੋਈ ਮੈਲਾ ਹੋਣਾ ਚਾਹੀਦਾ ਹੈ। ਬੰਦਾ ਹਰ ਲੈਵਲ 'ਤੇ ਬਿਲਕੁਲ ਪਾਕ ਸਾਫ਼ ਹੋਣਾ ਸ਼ੁਰੂ ਹੋ ਜਾਏਗਾ। ਅਦਰਵਾਈਜ਼ ਦੇਖੋ,
ਸਹੀ ਰੂਪ ਵਿੱਚ ਦੇਖਿਆ ਜਾਏ। ਚਿੱਕੜ ਆ, ਦਲਦਲ ਆ, ਸਵੈਂਪ ਆ, ਕੋਈ ਗਾਰਾ ਆ, ਸਾਨੂੰ ਗਾਰਾ ਕਦੋਂ ਲੱਗੇਗਾ? ਉਹ ਗਾਰਾ ਕਿਉਂ ਸਾਡੇ ਲਈ ਬੌਧ ਰਿਹਾ ਹੈ? ਜਦੋਂ ਗਾਰਾ ਕੱਪੜੇ ਨੂੰ ਲੱਗਾ ਆ। ਜੇ ਗਾਰਾ ਤਲਾਬ ਵਿੱਚ ਹੈ ਜਿੱਥੇ ਕਮਲ ਦੇ ਫੁੱਲ ਖਿੜਦੇ ਨੇ, ਜੇ ਗਾਰਾ ਉਹ ਜ਼ਮੀਨ ਤੇ ਹੈ ਜਿੱਥੇ ਹੋਰ ਬੂਟਿਆਂ ਨੇ ਉੱਗਣਾ ਆ, ਬਿਲੋਂਗ ਉੱਥੋਂ ਕਰਦਾ, ਬਿਲਕੁਲ ਠੀਕ ਹੈ। ਇਹ ਡਿਸਟਿੰਗੁਇਸ਼ ਕਰਨਾ ਉਸ ਲੈਵਲ ਤੇ। ਜੇ ਆਪਾਂ ਦੇਖੀਏ ਮਨੁੱਖ ਦੀ, ਜਿਹੜਾ ਇਨਸਾਨ ਆ, ਇਹਦੀ ਖੁਰਾਕ ਫਰੂਟ ਆ, ਫਰੂਟ ਖਾਏ। ਪਰ ਜਿਹੜਾ ਕੰਪੋਜ਼ ਕਰਨ ਵਾਲੇ ਛੋਟੇ ਛੋਟੇ ਕ੍ਰੀਚਰ ਕੀੜੇ ਨੇ, ਉਹਨਾਂ ਦੀ ਖੁਰਾਕ ਮੈਨਿਊਰ ਆ, ਉਹ ਮੈਨਿਊਰ ਖਾਣ। ਆਹ ਲੈਵਲ ਆ। ਹੁਣ ਫਿਲੋਸਫੀਕਲ ਸਾਈਡ ਤੇ ਆ ਜਾਈਏ। ਮਨੁੱਖ ਨੂੰ ਇੰਨੀ ਸੋਝੀ ਹੈ ਕਿਸ ਚੀਜ਼ ਦੇ ਵਿੱਚ ਮੇਰਾ ਹੱਕ ਬਣਦਾ, ਕਿਸ ਚੀਜ਼ 'ਚ ਮੇਰਾ ਹੱਕ ਨਹੀਂ ਬਣਦਾ, ਕਿਹੜੀ ਚੀਜ਼ ਮੇਰੇ ਲਈ ਵਾਜਬ ਹੈ, ਕਿਹੜੀ ਚੀਜ਼ ਮੇਰੇ ਲਈ ਵਾਜਬ ਨਹੀਂ ਹੈਗੀ। ਬੰਦਾ ਲੁਕਾ ਕੇ ਗੈਰ ਵਾਜਬ ਝੂਠ ਬੋਲ ਕੇ ਕਿਸੇ ਦਾ ਹੱਕ ਖਾ ਜਾਏ। ਇਸ ਤਰ੍ਹਾਂ ਆ, ਫਰੂਟ ਖਾਣ ਵਾਲਾ ਸ਼ਖਸ ਮਨਿਊਰ ਖਾਣ ਲੱਗਾ। ਇਹ ਸ਼ੋਭਦਾ ਨਹੀਂਗਾ, ਇਹ ਹੈ ਧਰਮ। ਸਮਟਾਈਮ ਪੀਪਲ get totally amazed when they read these messages from Guru Granth Sahib Maharaj. We always have an understanding that Rabb is greater than any other thing. Rabb is on highest level. When we read Guru Granth Sahib's Bani, Gurbani says, no. One thing is way superior than Rabb. Baba ji, is it possible that anything else which can actually even can be superior compared to Rabb ji? Baba ji says, yes. शब्द ये है, सच्चों उरै सब को। हर चीज उरै हुंदा है छोटा नीवा, हर चीज रब तो छोटी है, रब सब तो उच्चा। साडी दुनिया च ना ਜਿਹੜੇ ਅਸੀਂ ਸੰਸਾਰ 'ਚ ਰਹਿ ਰਹੇ ਹਾਂ, ਅੱਜ ਵੀ ਅਮਰੀਕਾ ਦੇ ਪ੍ਰੈਜ਼ੀਡੈਂਟ ਨੂੰ ਵੀ ਬਣਾਉਣ ਤੋਂ ਬਾਅਦ ਉਹਦੇ ਹੱਥ ਦੇ ਥੱਲੇ ਧਰਮ ਦਾ ਗ੍ਰੰਥ ਰੱਖ ਕੇ ਸਹੁੰ ਚੁਕਾਈ ਜਾਂਦੀ ਹੈ। ਇਹ ਵੀ ਲਿਆ ਜਾ ਸਕਦਾ, ਉਹਦੇ ਮੁੰਡੇ ਨੂੰ ਕੋਲ ਖੜਾ ਕਰ ਲਓ, ਉਹਦੀ ਬੇਟੀ ਨੂੰ, ਉਹਦੇ ਬੇਟੇ ਨੂੰ, ਉਹਦੀ ਵਾਈਫ ਨੂੰ, ਉਹਦੇ ਪੇਰੈਂਟਸ ਨੂੰ, ਚੁੱਕ ਸਹੁੰ। ਉਹ ਕਹਿੰਦੇ ਨਹੀਂ, ਇਹ ਬਹੁਤ ਮਤਲਬ ਹੋ ਸਕਦਾ ਹੈ ਇਹ ਸਹੁੰ ਚੱਕ ਜੇ, ਪਰ ਇਹ ਹਾਇਰ ਲੈਵਲ ਦੀ ਸਹੁੰ ਨਹੀਂ। ਹਾਇਰ ਲੈਵਲ ਦੀ ਸਹੁੰ ਕੀ? ਰੱਬ ਦੀ ਸਹੁੰ ਖਾ। ਇਸੇ ਕਰਕੇ ਕਰੰਸੀ ਤੇ ਵੀ ਲਿਖ ਦਿੱਤਾ ਗਿਆ ਕਿ ਵੀ ਟਰਸਟ ਇਨ ਗॉड। ਇਹ ਰੱਬ ਦੇ ਨਾਂ ਤੇ ਤੁਸੀਂ ਕਰੰਸੀ ਯੂਜ਼ ਕਰ ਰਹੇ ਹੋ, ਚੇਤੇ ਰੱਖੀ, ਇਹ ਲੈਣ ਦੇਣ ਸਹੀ ਕਰੀ। ਇਹ ਇਸ ਕਿਸਮ ਸਹੁੰ ਹੈ, ਇਸ ਰੂਪ ਦੇ ਵਿੱਚ ਸਭ ਤੋਂ ਸੁਪੀਰੀਅਰ ਉਹ ਹੈ। ਗੁਰੂ ਗ੍ਰੰਥ ਸਾਹਿਬ ਜੀ ਸੇਇੰਗ ਨੋ, one thing is way superior than Rabb. What is that? I want to know. What is that superior to superior thing? And Baba is saying, सच्चों उरै सब को ऊपर सच आचार। ਉਹ ਚੀਜ਼ ਉਸ ਤੋਂ ਵੀ ਉੱਚੀ ਹੈ ਜਦੋਂ ਬੰਦਾ ਰੱਬ ਦੇ ਭੈ ਵਿੱਚ ਜੀਣਾ ਸ਼ੁਰੂ ਕਰ ਦਿੰਦਾ ਹੈ। ਜਦੋਂ ਰੱਬ ਦੇ ਭੈ ਦੇ ਵਿੱਚ ਬੰਦੇ ਦੇ ਆਚਾਰ ਦੇ ਵਿੱਚ ਪਿਓਰਿਟੀ ਆਉਂਦੀ ਹੈ, ਪਿਓਰਿਟੀ ਆਉਂਦੀ ਹੈ, ਕਲੀਨਜਿੰਗ ਆਉਂਦੀ ਹੈ, ਸ਼ੁੱਧਤਾ ਆਉਂਦੀ ਹੈ। ਰੱਬ 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 ਮੈਂ ਵੀ ਕਰੀ ਜਾਵਾਂ, ਬਟ ਵੈਨ ਆਈ ਐਮ ਲਿਵਿੰਗ ਮਾਈ ਲਾਈਫ, ਵੈਨ ਆਈ ਐਮ exercising my day-to-day routines, then I don't have any kind of you can say attention toward any ethics, any principles, any human values, then it's hypocrisy. That's why Baba ji saying कि ये कोई वर्ड्स गेम नहीं है भी किन्ने ज्यादा रब बारे कहता, किन्ने वड्डा कहता, किन्ने कहता कि ओहो हो रब तू एडा उच्चा आ। महाराज कहते तू ये बारे की कहेगा? जेवड़ भावै तेवड़ होए, नानक जाने सच्चा सोए। जे को आखे बोल विगाड़, इफ इवन समवन इज ट्राइंग टू से ओके, नहीं मैं दसदा, अजे तक किसी ने नहीं दसिया जो रब बारे, मैं दस देंगा। बाबा जी कहते मेरी जाचे पता की है, वो जे को आख है बोल विगाड़ ਤਾਂ ਕੀ ਕਹਾਂਗੇ ਉਸਨੂੰ? ਗਾਵਾਰਾਂ ਸਿਰ ਗਾਵਾਰ। ਉਹ ਤੇ ਮੂਰਖਾਂ ਦਾ ਵੀ ਮੂਰਖ ਹੈ, ਸਿਰੇ ਦਾ ਮੂਰਖ ਹੈ, ਜਿਹਨੂੰ ਇੰਨਾ ਵੀ ਨਹੀਂ ਪਤਾ ਤੂੰ ਸੁਲਤਾਨ, ਮੈਂ ਤੇਰੇ ਬਾਰੇ ਕੀ ਕਹਾਂਗਾ। ਕਹਾਂ ਹੋ ਮੀਆਂ ਤੇਰੀ ਕਵਨ ਵਡਾਈ।
ਇਸ ਕਰਕੇ ਸਿੱਖੀ ਗਿਣਤੀ ਮਿਣਤੀ ਲਫ਼ਜ਼ਾਂ ਅਲਫਾਜ਼ਾਂ ਹਲਫਾਂ ਹਰਫਾਂ ਦੇ ਨਾਲ ਚੱਕਰਾਂ 'ਚ ਨਹੀਂ ਹੈ, ਨਾ ਇਹ ਧਰਮ ਹੈ। ਬਾਣੀ ਕਹਿ ਰਹੀ ਇਹ ਧਰਮ ਨਹੀਂ ਹੈ। ਕੋਈ ਰਾਮ ਰਾਮ ਕਹਿ ਰਿਹਾ ਹੈ, ਈਵਨ ਬਾਣੀ ਦਾ ਬਚਨ ਹੈ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਐਵੇਂ ਵੀ ਕੋਈ ਬਾਤ ਹੋ ਸਕਦੀ ਹੈ ਵੀ ਹਰ ਹਟ ਵੀ ਤੂੰ ਕਰੈ ਬੋਲੇ ਭਲੀ ਬਾਣ। ਇਸ ਤਰ੍ਹਾਂ ਹੀ ਹੈ ਜਿਵੇਂ ਪੁਰਾਣੇ ਸਮੇਂ ਜਿਹੜੀਆਂ ਪਾਣੀ ਵਗੈਰਾ ਨਾਲ ਚੱਲਣ ਵਾਲੀਆਂ ਚੱਕੀਆਂ ਜਾਂ ਮਸ਼ੀਨਸ ਹੁੰਦੀਆਂ ਸੀਗੀਆਂ, ਉਹਨਾਂ 'ਚ ਜਦੋਂ ਉਹਨੂੰ ਮੂਵ ਕੀਤਾ ਜਾਂਦਾ ਸੀਗਾ ਅਤੇ ਉਹਦੇ 'ਚੋਂ ਆਵਾਜ਼ ਆਉਂਦੀ ਸੀ ਤੂੰ ਦੀ। ਅਤੇ ਇਹਦਾ ਮਤਲਬ ਹੈ ਉਹ ਰੱਬ ਦਾ ਨਾਂ ਲੈ ਰਹੀ ਹੈ, ਤੂੰ ਕਰ ਰਹੀ ਹੈ। ਬਾਬਾ ਜੀ ਕਹਿੰਦੇ ਇਸ ਤਰ੍ਹਾਂ ਥੋੜ੍ਹਾ ਹੁੰਦਾ ਆ, ਇਹ ਉਸ ਤਰ੍ਹਾਂ ਹੀ ਜਿਵੇਂ ਬੰਦੇ ਕਰ ਰਹੇ ਨੇ ਇਸ ਰੂਪ ਦੇ ਵਿੱਚ। ਗੱਲ ਇਹ ਹੈ ਇਹ ਚੀਜ਼ਾਂ ਕਰਨੀਆਂ ਭਲੀਆਂ ਨੇ, ਚੰਗੀਆਂ ਨੇ, ਵਧੀਆ ਨੇ, ਪਰ ਜੇ ਇਹਨਾਂ ਦਾ ਪ੍ਰਭਾਵ ਜੀਵਨ ਦੀ ਤਬਦੀਲੀ ਵਿੱਚ ਪੈ ਰਿਹਾ ਤੇ ਅਦਰਵਾਈਜ਼ ਤੂੰ ਕੀ ਜਾਣੇ ਉਸ ਕਰਤਾਰ ਦੀ ਵਡਿਆਈ ਕੀ ਹੈ। ਜੋ ਤੂੰ ਦੇਹੀਂ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਮੇਰੀ ਤੇ ਇੱਕੋ ਅਰਦਾਸ ਹੈ, ਮਾਲਕ ਮੈਂ ਮੂਰਖ ਹਾਂ। ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਮੈਂ ਮੂਰਖ ਹਾਂ। ਸਾਡੇ ਤੁਹਾਡੇ ਵਰਗੇ ਅਦਨੇ ਮਨੁੱਖ ਕਾਗਜ਼ਾਂ ਤੋਂ ਹੌਲੇ, ਕੱਖਾਂ ਤੋਂ ਹੌਲੇ, ਧਰਤੀ ਦੀ ਮਤਲਬ ਮਿੱਟੀ ਤੋਂ ਵੱਧ ਕੁਛ ਵੀ, ਮਿੱਟੀ ਦੇ ਮਾਧੋ ਕਵਾਂ, ਉਹ ਏਡੇ ਏਡੇ ਵੱਡੇ ਐਡਜੈਕਟਿਵ ਲਾਉਂਦੇ ਨੇ ਆਪਣੇ ਨਾਵਾਂ ਦੇ ਅੱਗੇ ਵੀ ਅਤੇ ਪਿੱਛੇ ਵੀ। ਐਂਡ ਦੈਨ ਦੇ ਟਰਾਈ ਟੂ ਟੈਲ ਅਦਰਸ ਹੂ ਐਮ ਆਈ, ਮੈਂ ਕੌਣ ਹਾਂ, ਮੇਰਾ ਪ੍ਰਭਾਵ ਮੰਨੋ। ਇਹ ਤੇ ਬਾਬਾ ਨਾਨਕ ਜੀ ਕਹਿੰਦੇ ਨਾ, ਮੈਂ ਕੌਣ ਹਾਂ, ਨਥਿੰਗ। ਇਹ ਸਿੱਖੀ ਹੈ। ਜਿੰਨੀ ਦੇਰ ਤੱਕ ਬੰਦਾ ਬੜੇ ਹੰਬਲ ਲੈਵਲ 'ਤੇ ਨਹੀਂ ਆਉਂਦਾ, ਜਿਹੜੀ ਖਾਸ ਕਰਕੇ ਹੰਬਲਨੈਸ ਆ, ਹਲੀਮੀ ਹੈ, ਡਾਊਨ ਟੂ ਅਰਥ ਹੋਣ ਵਾਲੀ ਗੱਲ ਆ, ਉਹਦੇ ਵਿੱਚੋਂ ਹੀ ਇਨਸਾਨੀਅਤ ਜਨਮ ਲੈਂਦੀ ਹੈ। ਬੰਦੇ ਨੂੰ ਸਭ ਤੋਂ ਵੱਧ ਅਲਾਮਤ ਇਹੀ ਹੈ ਕਿ ਬੰਦਾ ਜਿਵੇਂ ਹੀ ਹੰਕਾਰ ਦੀ ਟੀਸੀ ਚੜ੍ਹਦਾ, ਇਗੋਟਿਸਟ ਹੁੰਦਾ ਆ, ਆਪਣਾ ਵਜੂਦ ਭੁੱਲ ਜਾਂਦਾ ਹੈ। ਉਹਨੂੰ ਅਹਿਸਾਸ ਨਹੀਂ ਰਹਿੰਦਾ ਕਿ ਬੰਦੇ ਤੁਝ ਅਦਨੇ ਵਰਗੇ, ਮਤਲਬ ਜਿਵੇਂ ਦਰਖਤ ਨੂੰ ਪੱਤੇ ਖਿੜਦੇ ਨੇ ਨਾ, ਪੱਤੇ ਲੱਗਦੇ ਨੇ, ਐਵੇਂ ਦੇ ਪੱਤੇ ਪੈਦਾ ਹੁੰਦੇ ਨੇ, ਹਵਾ ਪੈਂਦੀ ਝੜਦੇ ਨੇ, ਤੁਰ ਜਾਂਦੇ ਨੇ। ਸਾਡੀ ਇੰਨੀ ਕੀ ਪਾਇਆ ਆ, ਆਇਆ ਗਿਆ ਮੋਇਆ ਨਾਉ। ਬੰਦਾ ਆਇਆ, ਪੈਦਾ ਹੋਇਆ, 4 ਦਿਨ ਰਿਹਾ, ਤੁਰ ਗਿਆ, ਮੁੜ ਕੇ ਨਾਂ ਵੀ ਮਰ ਗਿਆ ਉਹਦਾ, ਸੀਗਾ ਕਿ ਨਹੀਂ ਸੀਗਾ ਇਹ ਵੀ ਨਹੀਂ ਪਤਾ ਰਿਹਾ। ਫਿਰ ਮੈਂ ਕੌਣ ਆ ਜੀ? ਹਾਲਾਂਕਿ ਇਹ ਤੇ ਰੂਹਾਨੀ ਰੂਹਾਂ ਨੇ, ਇਹਨਾਂ ਤੇ ਉਦੋਂ ਤੱਕ ਰਹਿਣਾ ਜਦੋਂ ਤੱਕ ਸੂਰਜ ਚੰਦਰਮਾ ਰਹੇਗਾ, ਜਦੋਂ ਤੱਕ ਧਰਤੀ ਤੇ ਮਨੁੱਖਤਾ ਰਹੇਗੀ, ਜਦੋਂ ਤੱਕ ਕਿਤੇ ਸੱਚ ਤੇ ਸਚਿਆਰਤਾ ਦੀ ਗੱਲ ਚੱਲੇਗੀ, ਭਗਤ ਪ੍ਰਹਿਲਾਦ ਦੀ ਗੱਲ ਆਏਗੀ, ਭਗਤ ਕਬੀਰ ਦੀ ਗੱਲ ਆਏਗੀ, ਉਦੋਂ ਤੱਕ ਗੱਲਾਂ ਹੋਣਗੀਆਂ ਅਜਾਮਲ ਦੀਆਂ, ਉਦੋਂ ਤੱਕ ਗੱਲਾਂ ਹੋਣਗੀਆਂ ਗੁਰੂ ਨਾਨਕ ਸਰੀਖੀਆਂ ਰੂਹਾਂ ਦੀਆਂ, ਜਿਨ੍ਹਾਂ ਨੇ ਇਸ ਕਿਸਮ ਦੇ ਨਾਲ ਇਹ ਸਾਰੀ ਜੀਵਨ ਨੂੰ ਜੀਆ ਹੈ। ਮਹਾਰਾਜ ਬਿਆਨ ਕਰਦੇ ਵੀ ਇਹ ਬੰਦੇ ਸਾਨੂੰ ਸਿਖਾਉਂਦਿਆਂ ਹੋਇਆ ਮੈਂ ਮੂਰਖ ਕਹਿਣ ਨਾ ਜਾਈ। ਮੈਂ ਕੌਣ ਹੁੰਨਾ ਉਸ ਕਰਤਾਰੀ ਹਸਤੀ ਬਾਰੇ ਕੁਝ ਬਿਆਨ ਕਰਨ ਵਾਲਾ। ਅਗਲਾ ਬਚਨ ਹੈ ਜੋ ਕਿਛ ਹੋਵਾ ਸਭ ਕਿਛ ਤੁਝ ਤੇ ਤੇਰੀ ਸਭ ਅਸ਼ਨਾਈ। ਫਾਰਸੀ ਦਾ ਲਫ਼ਜ਼ ਹੈ ਬੜਾ ਪਿਆਰਾ। ਅਸ਼ਨਾਈ ਵੈਸੇ ਮਿੱਤਰਤਾ ਨੂੰ ਵੀ ਕਿਹਾ ਜਾਂਦਾ ਹੈ ਅਤੇ ਕਿਸੇ ਦੇ ਰਹਿਮੋ ਕਰਮ ਨੂੰ ਵੀ ਕਿਹਾ ਜਾਂਦਾ ਹੈ। ਕਿਸੇ ਦੀ ਅਸ਼ਨਾਈ 'ਤੇ ਮੈਂ ਕਿਸੇ ਦੇ ਰਹਿਮੋ ਕਰਮ 'ਤੇ ਹਾਂ। ਇਹਦਾ ਮਤਲਬ ਇਹ ਹੈ ਕਿ ਬਾਬਾ ਜੀ ਕਹਿੰਦੇ ਜੇ ਕੁਛ ਮੇਰਾ ਵਜੂਦ ਵੀ ਉਭਰਿਆ ਹੈ, ਇਫ someone is able to see some sort of caliber in me, as Baba Nanak ji is saying himself as a presenter, that is not me only, that is coming as a grace of Vaheguru ji. You are just noticing the grace of Vaheguru ji. I am nothing. ਮੈਂ ਤਾਂ ਕੁਛ ਵੀ ਨਹੀਂ ਦੇ ਮੁਕਾਬਲੇ ਤੇ। ਇਹ ਤੇ ਉਹਦੀ ਅਸ਼ਨਾਈ ਹੈ, ਇਹ ਉਹਦਾ ਤਰਸ ਹੈ, ਇਹ ਉਹਦੀ ਮਿਹਰਾਮਤ ਆ। ਇਸ ਨੂੰ ਬਾਬਾ ਜੀ ਨੇ ਆਪਾਂ ਬੀਤੇ ਕਾਲੇ ਵਿਚਾਰ ਰਹੇ ਸੀਗੇ ਕਿ ਜਦੋਂ ਸਾਹਿਬ ਬਿਆਨ ਕਰਦੇ ਕੁਦਰਤ ਕਵਨ ਕਹਾਂ ਵਿਚਾਰ, ਮੇਰੀ ਕੀ ਪਾਇਆ ਮੈਂ ਤੇਰੇ ਬਾਰੇ ਕੁਝ ਵਿਚਾਰ ਦੇਵਾਂ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਰ। ਤੇਰੀ ਅਸ਼ਨਾਈ ਹੈ, ਜੋ ਤੈਨੂੰ ਭਾਉਂਦਾ ਹੈ, ਤੂੰ ਮੈਨੂੰ ਇਸ ਕਹਿਣ ਦੇ ਕਾਬਲ ਬਣਾਉਣਾ ਹੈ। ਇਸੇ ਕਰਕੇ ਬਾਣੀ ਨੇ ਬਿਆਨ ਕੀਤਾ ਹੈ। ਮਹਾਰਾਜ ਜ਼ਿਕਰ ਕਰਦੇ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮੈਂ ਤਾਂ ਹੁਕਮੀ ਹਾਂ, ਜਿਵੇਂ ਤੇਰਾ ਹੁਕਮ ਆਉਂਦਾ ਆ ਉਸੇ ਰੂਪ ਦੇ ਵਿੱਚ ਮੈਂ ਉਸ ਹੁਕਮ ਨੂੰ ਪ੍ਰੈਜ਼ੈਂਟ ਕਰ ਰਿਹਾ, ਬਿਆਨ ਕਰ ਰਿਹਾ। ਬਾਬਾ ਜੀ ਅਰਸ਼ੀ ਬਾਣੀ ਉਚਾਰਦੇ, ਜਿਸ ਬਾਣੀ ਨੂੰ ਅੱਜ ਵੀ ਜਦੋਂ ਕੋਈ ਬੰਦਾ ਪੜ੍ਹਦਾ ਤੇ ਬੰਦੇ ਤੇ ਮਤਲਬ ਜਿਹੜੀ ਹੈ ਦਿਮਾਗ 'ਚ ਰੌਸ਼ਨੀ ਆ ਜਾਂਦੀ ਹੈ। ਉਸ ਬਾਣੀ ਨੂੰ ਉਚਾਰਨ ਕਰਨ ਵਾਲੇ ਧਰਤੀ ਦੇ ਉੱਤੇ ਮਨੁੱਖਾਂ ਦੇ ਸਾਹਮਣੇ
ਸ਼ਬਦਾਂ ਦੇ ਚੋਗੇ ਪਵਾ ਕੇ ਪ੍ਰੈਜ਼ੈਂਟ ਕਰਨ ਵਾਲੇ ਬਾਬਾ ਨਾਨਕ ਜੀ। ਉਹਨਾਂ ਨੂੰ ਕੋਈ ਪੁੱਛੇ, ਮਹਾਰਾਜ ਕਮਾਲ ਦੇ ਉਪਦੇਸ਼ 'ਚ, ਕਮਾਲ ਦੀ ਬਾਣੀ, ਕਮਾਲ ਦੇ ਰੱਬੀ ਨਗਮੇ, ਤੁਸੀਂ ਅਰਸ਼ੀ ਨਗਮੇ, ਅਕਾਲੀ ਨਗਮੇ ਗਾ ਰਹੇ ਹੋ। ਤੇ ਬਾਬਾ ਜੀ ਸਿੱਧੇ ਤੌਰ ਤੇ ਬਿਆਨ ਕਰਦੇ, ਮੈਂ ਇਹਦੇ 'ਚ ਕੁਛ ਵੀ ਨਹੀਂ ਗਾ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਇਹ ਖਸਮੀ ਬਾਣੀ ਹੈ, ਮੇਰਾ ਕੀ ਹੈ। ਇੱਥੇ ਬਿਆਨ ਕੀਤਾ, ਜੋ ਕਿਛ ਹੋਵਾ ਸਭ ਕਿਛ ਤੁਝ ਤੇ, ਤੇਰੀ ਸਭ ਅਸ਼ਨਾਈ, ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਅੰਧਲੇ ਕਿਆ ਚਤੁਰਾਈ। ਚਤੁਰਾਈ ਹੁੰਦੀ ਕਲੈਵਰਨੈਸ, ਸਮਾਰਟਨੈਸ। ਮੈਂ ਕੀ ਤੇਰੇ ਸਾਹਮਣੇ ਸਮਾਰਟਨੈਸ ਆਪਣੀ ਸ਼ੋਅ ਕਰਾਂ, ਮੈਂ ਕਿੰਨਾ ਕੁ ਕਲੈਵਰ ਆਪਣੇ ਆਪ ਨੂੰ ਬਿਆਨ ਕਰਾਂ ਤੇਰੇ ਸਾਹਮਣੇ, ਮੇਰੀ ਕੋਈ ਕਲੈਵਰਨੈਸ ਨਹੀਂ ਇਹਦੇ ਵਿੱਚ। ਇਹ ਹੈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੁਝ ਨੂੰ ਕੀ ਪਤਾ ਤੂੰ ਕਿਸ ਆਸ਼ੇ ਦੇ ਵਿੱਚ, ਕਿਸ ਰੂਪ ਦੇ ਵਿੱਚ, ਕਿਸ ਹੁਣ ਜਿਸ ਨੂੰ ਅਸੀਂ ਕੰਪੋਨੈਂਟ ਕਹਿ ਸਕਦੇ ਹੈਗੇ, ਇੱਕ ਪੂਰੇ ਦੀ ਪੂਰੀ ਰੂਪਤਾ ਦੇ ਅੰਦਰ ਤੂੰ ਵਿਦਵਾਨ ਤੇ ਮੌਜੂਦ ਆ, ਮੈਂ ਤੇਰੇ ਬਾਰੇ ਕੀ ਕਹਿ ਸਕਦਾ ਹਾਂ। ਇਸ ਲਈ ਗੁਰਮਤਿ ਦੇ ਜਾਂ ਗੁਰਬਾਣੀ ਨੂੰ ਪੜ੍ਹਦਿਆਂ ਹੋਇਆਂ ਆਪ ਜੀ ਨੂੰ ਵੈਰਾਈਟੀਫੁਲ ਮੈਸੇਜ ਮਿਲਦੇ ਨੇ। ਕਿਤੇ ਮਹਾਰਾਜ ਇਹ ਬਿਆਨ ਕਰਦੇ ਵੀ ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਬਾਰੇ ਅਸੀਂ ਏਕਮ ਏਕੰਕਾਰ ਨਿਰਾਲਾ, ਅਮਰ ਅਜੋਨੀ ਜਾਤ ਨਾ ਜਾਲਾ, ਅਗਮ ਅਗੋਚਰ, ਰੂਪ ਨਾ ਰੇਖਿਆ, ਤੇਰੀ ਕੋਈ ਰੂਪ ਰੇਖਾ ਨਹੀਂ, ਤੂੰ ਅਗੰਮ ਆ, ਤੂੰ ਸਾਡੇ ਗਿਆਨ ਇੰਦਰੇ ਕਰਮ ਇੰਦਰੀਆਂ ਦੀ ਪਹੁੰਚ ਤੋਂ ਤੇ ਬਹੁਤ ਵੱਡਾ ਆ, ਬੜਾ ਬੇਅੰਤ, ਤੁਝ ਬੇਅੰਤ ਦਾ ਮੈਂ ਅੰਤ ਕੀ ਪਾਵਾਂਗਾ, ਮੈਂ ਥਾਉ ਕੀ ਪਾ ਸਕਦਾ ਹੈ। ਆਪਾਂ ਜਾਪ ਸਾਹਿਬ ਪੜ੍ਹਦੇ ਹਾਂ, ਚੱਕਰ ਚਿਹਨ ਅਰ ਬਰਨ ਜ਼ਾਤ ਅਰ ਪਾਤ ਨਹਿਨ, ਜਿਹ ਰੂਪ ਰੰਗ ਅਰ ਰੇਖ ਪੇਖ, ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼, ਅਮਿਤੋਜ ਕਹੀ ਜੈ। ਤੇਰੇ ਬਾਰੇ, ਤੁਝ ਅਮਿਤੋਜ ਬਾਰੇ ਅਸੀਂ ਕੀ ਕਹਾਂਗੇ। ਸਾਡੇ 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 ਹਿੱਸੇ 'ਚ ਇੰਨੀ ਪਾਇਆ ਨਹੀਂ ਆਈ, ਅਸੀਂ ਤੁਝ ਨੂੰ ਬਿਆਨ ਕਰ ਸਕੀਏ, ਅਸੀਂ ਤੇਰੇ ਉਸ ਪੂਰੇ ਰੂਪ ਤੇ ਵਜੂਦ ਦਾ ਅਹਿਸਾਸ ਦੇ ਸਕੀਏ, ਕਹਿ ਸਕੀਏ। ਕਿਉਂਕਿ ਸਾਡੀ ਇੰਨੀ ਚਤੁਰਾਈ, ਇੰਨੀ ਸਮਰੱਥਾ ਕਿੱਥੇ ਹੈ। ਇਸ ਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ ਕਿ ਰੇ ਜਨ ਮਨ ਮਾਧੋ ਸਿਉ ਲਾਈ ਹੈ, ਚਤੁਰਾਈ ਨਾ ਚਤੁਰਭੁਜ ਪਾਈ ਹੈ। ਭਾਰਤੀ ਖਿੱਤੇ ਦੇ ਵਿੱਚ ਅਵਤਾਰਾਂ ਦੀ ਗੱਲ ਕਰਦਿਆਂ ਹੋਇਆਂ ਰੱਬ ਦੇ ਵੱਖਰੇ ਵੱਖਰੇ ਅਵਤਾਰ ਬਣਾ ਦਿੱਤੇ ਗਏ, 24 ਅਵਤਾਰ ਤੇ ਮੇਨ ਰੂਪ ਦੇ ਵਿੱਚ। ਫਿਰ ਉਹਨਾਂ ਅਵਤਾਰਾਂ ਦੀਆਂ ਫੋਟੋਆਂ ਵੀ ਬਣਾਤੀਆਂ ਲੋਕਾਂ ਨੇ, ਮੂਰਤੀਆਂ ਬਣਾ ਦਿੱਤੀਆਂ। ਮੂਰਤੀਆਂ ਤੋਂ ਬਾਅਦ ਉਹਨਾਂ ਦੀ ਵਰਸ਼ਿਪ ਜਿਹੜਾ ਹੈਗਾ ਉਹ ਪ੍ਰਸੰਗ ਸ਼ੁਰੂ ਹੋ ਗਿਆ। ਉਹਦੇ ਵਿੱਚ ਤੁਸੀਂ ਮੋਸਟਲੀ ਅਵਤਾਰਾਂ ਦੀਆਂ ਮੂਰਤੀਆਂ ਦੇਖੋਗੇ ਤੇ ਉਹਨਾਂ ਨੂੰ ਤੁਸੀਂ ਚੌਭੁਜੀ, ਛਟਭੁਜੀ, ਅਸ਼ਟਭੁਜੀ ਇਸ ਕਿਸਮ ਦੇ ਦੇਖੋਗੇ। ਬਹੁਤ ਬੜੀਆਂ ਬਾਹਾਂ ਲਾਤੀਆਂ ਜਾਣਗੇ ਉਹਨਾਂ ਨੂੰ। ਲੋਕਾਂ ਨੂੰ ਆਮ ਸਮਝ ਨਹੀਂ ਸੀ ਹੈਗੀ, ਤੇ ਹੋ ਸਕਦਾ ਹੈ ਇਹ ਵਰਤਾਰਾ ਇਸ ਚੀਜ਼ 'ਚੋਂ ਆਇਆ ਹੋਏ ਕਿ ਸਾਡੇ ਕੋਲ ਇੱਕ ਦੋ ਬਾਹਾਂ ਦਾ ਬਲ ਹੈ, ਜਿਹਦੀ ਪੂਜਾ ਕਰਨ ਲੱਗਿਆ ਉਹ ਤੇ ਸਾਡੇ ਤੋਂ ਕਿੰਨੀਆਂ ਜ਼ਿਆਦਾ ਬਾਹਾਂ ਦਾ ਬਲ ਰੱਖਦਾ ਆ, ਉਹ ਜ਼ਿਆਦਾ ਬਲਵਾਨ ਹੈ, ਜ਼ਿਆਦਾ ਤਗੜਾ ਆ। ਸੋ ਉਹਦੀ ਪੂਜਾ ਇਸ ਕਰਕੇ ਹੋਣ ਲੱਗੀ, ਉਹਦਾ ਨਾਮ ਇਸ ਕਰਕੇ ਲਿਆ ਜਾ ਰਿਹਾ ਕਿਉਂਕਿ ਉਹਦੇ ਕੋਲ ਸ਼ਕਤੀ ਵਧਿਆ। ਉਹ ਇਸ ਰੂਪ ਸ਼ਕਤੀ ਦਾ ਮਾਲਕ ਹੈ। ਇੱਕ ਪਾਸੇ ਉਸ ਨੂੰ ਸਰਬ ਸ਼ਕਤੀਮਾਨ ਬਿਆਨ ਕੀਤਾ ਗਿਆ, ਇੱਕ ਪਾਸੇ ਉਸ ਨੂੰ ਸਰਬ ਬੁਝਾਈ ਜਾਂ ਸਰਬ ਤਾਕਤਵਰ ਮੰਨਿਆ ਗਿਆ। ਦੂਸਰੇ ਪਾਸੇ ਬੰਦਾ ਸੋਚਦਾ ਮੈਂ ਆਪਣੀ ਚਲਾਕੀ ਦੇ ਨਾਲ ਉਸ ਨੂੰ ਕਿਸੇ ਤਰੀਕੇ ਦੇ ਨਾਲ ਠੱਗ ਲਵਾਂਗਾ, ਜਾਂ ਮੈਂ ਉਹਨੂੰ ਕਿਸੇ ਰੂਪ ਦੇ ਵਿੱਚ ਆਪਣੀ ਬੌਧਿਕ ਖਮਤਾ ਦੇ ਨਾਲ ਪਕੜ ਲਵਾਂਗਾ। ਅਕਸਰ ਮੈਂ ਬੇਨਤੀ ਕਰਦਾ ਕਿ ਰੱਬ ਜੀ ਦੇ ਉੱਤੇ ਬੜੇ ਲਕਬ ਟੁੱਕਦੇ ਨੇ। ਕਿਤੇ ਉਸ ਨੂੰ ਦਿਆਲੂ ਕਿਹਾ, ਕਿਰਪਾਲੂ ਕਿਹਾ, ਬਖਸ਼ਿੰਦ ਕਿਹਾ, ਖਿਮਾ ਦਾ ਕਰ ਕਿਹਾ, ਬਹੁਤ ਕੁਛ ਕਿਹਾ। ਪਰ ਰੱਬ ਜੀ ਦੇ ਉੱਤੇ ਇੱਕ ਲਕਬ ਨਹੀਂ ਕਿਸੇ ਤਰੀਕੇ ਨਾਲ ਟੁੱਕ ਸਕਦਾ ਕਿ ਉਹ ਜੋ ਮਰਜ਼ੀ ਹੋਏ, ਉਹ ਮੂਰਖ ਨਹੀਂ ਹੈ, ਉਹ ਬੇਵਕੂਫ ਨਹੀਂ ਹੈ। ਇਸੇ ਕਰਕੇ ਬਾਣੀ ਨੇ ਬਿਆਨ ਕੀਤਾ, ਮਹਾਰਾਜ ਕਹਿੰਦੇ ਵੀ ਮੱਥੈ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੋਣਾ ਜਾਣਾ। ਉਹਨੂੰ ਐਵੇਂ ਖਿਡਾਵਾ ਹੀ ਸਮਝਿਆ ਆ ਵੀ ਮੈਂ ਉਸ ਨੂੰ ਆਪਣੀ ਚਲਾਕੀ ਚਤੁਰਾਈ ਦੇ ਨਾਲ, ਇਸ ਚਤੁਰਾਈ ਨਾ ਚਤੁਰਭੁਜ ਪਾਈਏ, ਕਿਤੇ ਚਤੁਰਭੁਜ ਕਹਿਣਾ ਉਹਨੂੰ, ਦੂਜਾ ਚਤੁਰਾਈਆਂ ਕਰਦਾ। ਇਮਾਨਦਾਰ ਹੋ ਜਾ, ਗੋਇਆ ਜਿੰਨਾ ਦਿਆਨਦਾਰ ਹੋਏਗਾ, ਜਿੰਨਾ ਓਨੈਸਟ ਹੋਏਗਾ, ਜਿੰਨਾ ਆਪਣੇ ਆਪ ਦੇ ਨਾਲ ਇਮਾਨਦਾਰੀ ਨਾਲ ਪੇਸ਼ ਆਵੇਗਾ, ਆਲੇ ਦੁਆਲੇ ਨਾਲ ਇਮਾਨਦਾਰੀ ਨਾਲ ਪੇਸ਼ ਆਏਗਾ, ਉਹਨਾਂ ਕਰਤਾਰ ਦੇ ਰੰਗ 'ਚ ਰੰਗਿਆ ਜਾਏਗਾ। ਇਹ ਹੈ ਉੱਪਰ ਸੱਚ ਆਚਾਰ, ਇਹ ਹੈ ਸੱਚਿਆਰ ਹੋਣਾ। ਇੱਥੇ ਬਾਬਾ ਨਾਨਕ ਜੀ ਬਿਆਨ ਕਰਦੇ, ਕਹਿੰਦੇ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ, ਮੈਂ ਨਹੀਂ ਤੁਝ ਬੇਅੰਤ ਬਾਰੇ ਕੁਝ ਕਹਿ ਸਕਦਾ, ਤੇਰਾ ਥਾਉ ਨਹੀਂ ਜਾਣਦਾ। ਮੈਂ ਅੰਧੁਲੇ ਕਿਆ ਚਤੁਰਾਈ, ਕਿਆ ਹੋਂ ਕਥੀ ਕਥੇ ਕਥ ਦੇਖਾਂ, ਮੈਂ ਅਕਥ ਨਾ ਕਥ ਨਾ ਜਾਈ।
क्या क्या हों कथी कथे कथ देखा। आज जो ਅਸੀਂ ਕਰ ਰਹੇ ਹਾਂ ਇਹਨੂੰ ਕਥਾ ਕਿਹਾ ਗਿਆ ਆ। ਕਥਾ ਦਾ ਮਾਇਨਾ ਸਟੋਰੀ ਟੈਲਿੰਗ ਹੁੰਦਾ ਆ। ਕਿਸੇ ਚੀਜ਼ ਬਾਰੇ ਬੜੀ ਤਰਤੀਬ ਤੇ ਬੜੀ ਡਿਟੇਲਡ ਵੇ ਦੇ ਨਾਲ, ਬੜੇ ਕਰਮਵਾਰ ਢੰਗ ਨਾਲ, ਬੜੇ ਸਮੁੱਚੇ ਢੰਗ ਨਾਲ, ਸੁਚੱਜੇ ਢੰਗ ਨਾਲ ਕਿਸੇ ਚੀਜ਼ ਦਾ ਵਖਾਨ ਕਰਨਾ। ਇਹ ਸੱਚਾਈ ਹੈ। ਤੇਰੇ ਬਾਬਤ ਕਥਨ ਵਾਸਤੇ ਲੋਕਾਂ ਨੇ ਬੜਾ ਯਤਨ ਕੀਤਾ, ਬੜਾ ਜ਼ੋਰ ਲਾਇਆ, ਪਰ ਬਾਬਾ ਜੀ ਕਹਿੰਦੇ ਕਿਆ ਹੋਂ ਕਥੀ ਕਥੇ ਕਥ ਦੇਖਾਂ। ਕੀ ਤੇਰੇ ਬਾਰੇ ਕਥਾ ਤੇ ਕਥ ਕਥ ਕੇ ਉਸ ਨੂੰ ਮੈਂ ਵੇਖ ਕੇ ਅਹਿਸਾਸਾਂ ਖੁਸ਼ ਹੋਵਾਂ ਵੀ ਵਾਹ ਵਾਹ ਕਿਆ ਕਥਨ ਕਰ ਦਿੱਤਾ ਹੈ। ਕਿਤੇ ਗੁਰੂ ਅਮਰਦਾਸ ਸਾਹਿਬ ਜੀ ਇਹ ਬਿਆਨ ਕਰਦੇ ਨੇ, ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ। ਉਹਦੀ ਕਹਾਣੀ ਕਰੀਏ ਜੋ ਅਕਥ ਹੈ। ਅਕਥ ਬਾਰੇ ਕੀ ਕਹਾਂਗੇ? ਅਕਥ ਬਾਰੇ ਕਹਿਣ ਲੱਗਿਆ ਇਹ ਨਹੀਂ ਕਿ ਉਹ ਕਿੱਡਾ ਵੱਡਾ ਆ, ਕਿੱਡਾ ਬੇਅੰਤ ਆ, ਕਿੰਨਾ ਬੁਝਾਈ ਹੈ, ਕਿਹੋ ਜਿਹਾ ਰੂਪ ਆ ਉਹਦਾ ਨਾ। ਉਹਦੇ ਬਾਰੇ ਬਾਤ ਕਰਦਿਆਂ ਬਾਤ ਆਪਣੀ ਚੱਲੇਗੀ, ਬਾਤ ਚੱਲੇਗੀ ਮੇਰੀ ਤੇ ਉਹਦੀ ਰਿਲੇਸ਼ਨਸ਼ਿਪ ਕਿਵੇਂ ਵਧੀਆ ਹੋ ਸਕੇ, ਮੈਂ ਆਪਣੇ ਆਪ ਨੂੰ ਇੰਪਰੂਵ ਕਰਾਂ ਉਸ ਲੈਵਲ ਤੇ। ਇਸ ਕਰਕੇ ਕਿਆ ਸਾਹਿਬ ਬਿਆਨ ਕਰਦੇ ਕਿ ਆਵੋ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਆਓ ਉਹਨੂੰ ਕਿਵੇਂ ਪਾਈਏ, ਇਹ ਕਹਾਣੀ ਕਰੀਏ। ਇਹ ਕਹਾਣੀ ਅੱਗੇ ਕਿਵੇਂ ਚੱਲੇਗੀ ਜੀ? ਇਹ ਚੱਲੇਗੀ ਤਨ ਮਨ ਧਨ ਸਭ ਸੌਂਪ ਗੁਰ ਕੋ। ਆਹ ਕਹਾਣੀ ਹੈ, ਇਹ ਹੈ ਕਥਨ। ਬਾਬਾ ਜੀ ਕਹਿੰਦੇ ਮੈਂ ਤੇ ਆਪਣੇ ਆਪ ਨੂੰ ਸਮਰਪਿਤ ਹੀ ਕਰ ਸਕਦਾ ਤੇਰੀ ਉਸ ਆਈਡੀਓਲੋਜੀ ਨੂੰ। I don't have any ability to explain, to give presentation, whole authority of Rabb Ji, whole presence of Rabb Ji, whole form of Rabb Ji. No, I don't have that ability. I can only enjoy the presence of Rabb Ji. I can only tell myself, or I can show others how to attain the level where we can make a connection toward that personality. That is the method, and Baba Ji is talking about that method. This is the Baba Ji's kathan. And here Maharaj is saying kya ho kathi kathe kath dekha, main akath na kathna jai, ਮੁਝ ਤੋਂ ਉਸ ਅਕਥ ਦਾ ਕਿਵੇਂ ਕਥਨ ਹੋਏਗਾ। ਜੋ ਤੁਧ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ। ਜੋ ਤੈਨੂੰ ਭਾਵੇ ਮੈਂ ਉਹ ਬਿਆਨ ਕਰਾਂ, ਉਹ ਕਹਾਂ, ਤੇ ਪਰ ਫਿਰ ਵੀ ਜੋ ਵਡਿਆਈ ਮੈਂ ਤੇਰੀ ਕਰ ਲਵਾਂਗਾ ਮੈਨੂੰ ਪਤਾ ਆ ਉਹ ਤਿਲ ਤੋਂ ਵੀ ਵੱਡੀ ਨਹੀਂ ਹੋਏਗੀ। ਭਾਵ ਇਸ ਅਹਿਸਾਸ ਆਪਾਂ ਦੇਖੋ ਯੂਨੀਵਰਸ ਦੀ ਗੱਲ ਕਰਦੇ ਹਾਂ। ਜਦੋਂ ਸ਼ੁਰੂਆਤ ਦੇ ਵਿੱਚ ਪੁਲਾੜ ਕਹਿ ਲਓ ਕਿ ਜਿਹੜੇ ਸਪੇਸ ਪ੍ਰੋਗਰਾਮਸ ਚੱਲੇ, that time some scientists, some astronauts, some those people, they were in a sort of understanding very soon they're gonna find out answer of everything, especially about universe. ਉਹ ਜਿਵੇਂ ਜਿਵੇਂ ਡੀਪ ਲੈਵਲ ਤੇ ਗਏ ਤੇ ਹੁਣ ਪਤਾ ਲੱਗ ਰਿਹਾ ਕਿ ਨਹੀਂ ਐਕਚੁਅਲੀ ਕਿਸੇ ਚੀਜ਼ ਦਾ ਅੰਤ ਤੇ ਤਾਂ ਪਾਇਆ ਜਾ ਸਕਦਾ ਜੇ ਚੀਜ਼ ਇੱਕ ਤਰ੍ਹਾਂ ਦੇ ਖੜੀ ਆ। ਉਹ ਸਭ ਇਹ ਤੇ ਲਗਾਤਾਰ ਵਧੀ ਜਾ ਰਹੀ ਹੈ। ਇਹਦਾ ਜਿਹੜਾ ਖਾਸ ਕਰਕੇ ਐਕਸਪੈਂਡੇਸ਼ਨ ਹੈ ਉਹ ਤੇ ਹੋ ਰਹੀ ਹੈ। ਇਹ ਤੇ ਜੀਵੰਤ ਚੀਜ਼ ਹੈ, ਮੂਵੇਬਲ ਚੀਜ਼ ਹੈ, ਸਾਰੇ ਦਾ ਸਾਰਾ ਯੂਨੀਵਰਸ। ਇਹਦੇ ਬਾਰੇ ਅਸੀਂ ਕੀ ਕਹਾਂਗੇ? ਇੱਥੇ ਜਾ ਕੇ ਫਿਰ ਇਹੀ ਬਾਤ ਪਤਾ ਲੱਗਦੀ ਕਿ ਨਾ ਕਰਤਾਰ ਦੀ ਤੇ ਨਾ ਕਰਤਾਰ ਦੀ ਬਣੀ ਹੋਈ ਕੁਦਰਤ ਦੀ। ਇਹ ਬੰਦਾ ਸਿਰਫ ਇਹ ਹੈ ਕੁਝ ਚੀਜ਼ਾਂ ਨੂੰ ਸਮਝ ਕੇ ਅਹਿਸਾਸ ਕੇ ਅਮੇਜ਼ਡ ਹੋ ਸਕਦਾ ਹੈ ਕਿ ਬਲਿਹਾਰੀ ਕੁਦਰਤ ਵਸਿਆ। ਇਹ ਤੇ ਹੋ ਸਕਦਾ ਹੈ, ਪਰ ਇਹ ਨਹੀਂ ਹੋ ਸਕਦਾ ਕਿ ਮੈਂ ਕੁਦਰਤ ਦੀ ਕੀਮਤ ਪਾ ਲਈ ਤੇ ਕਿਉਂਕਿ ਆਪਣੇ ਕਬਜ਼ੇ 'ਚ ਕਰ ਲਿਆ ਸਭ ਕੁਝ। ਇਸ ਕਰਕੇ ਸਾਹਿਬ ਨੇ ਬਿਆਨ ਕੀਤਾ ਜੋ ਤੇਰੀ ਸਤੁਤੀ ਸਭ ਹੋਣਗੀਆਂ, ਇਹ ਤਿਲ ਤੇਰੀ ਵਡਿਆਈ। ਇਤੇ ਕੂਕਰ ਹਉ ਬੇਗਾਨਾ ਭੌਂਕਾਂ ਇਸ ਤਨ ਤਾਈ। ਬਾਬਾ ਜੀ ਚਲੋ ਜੇ ਇਹ ਚੀਜ਼ ਪੋਸੀਬਲ ਹੀ ਨਹੀਂ, we cannot explain, we cannot put in words, we cannot get any observation of Almighty Vaheguru Ji, then why are we putting this effort even to present this Shabad? What is the actually meaning to present these kind of words here? या बाणी या ग्रंथ साहिब ਉਹਦਾ ਕੀ ਫਿਰ ਮਤਲਬ ਰਹਿ ਗਿਆ? ਬਾਬਾ ਜੀ ਉਹਦਾ ਜਵਾਬ ਦੇ ਰਹੇ ਇਹਦੇ 'ਚ। ਬਾਬਾ ਜੀ ਕਹਿ ਰਹੇ ਇਤੇ ਕੂਕਰ ਹਉ ਬੇਗਾਨਾ,
ਭੌਂਕਾਂ ਇਸ ਤਨ ਤਾਈਂ। ਜਿਹੜੀ ਹਿਊਮਨ ਬੀਇੰਗ ਦੀ ਆਪਣੀ ਪ੍ਰੋਬਲਮ ਆ ਉਹ ਇਹ ਹੈ ਕਿ ਜਦੋਂ ਮੈਂ ਕਹਿੰਦਾ ਕਿ ਇਟਸ ਮੀ, ਇਟਸ ਮਾਈ ਸੈਲਫ। ਹੁਣ ਹੂ ਇਜ਼ ਮਾਈ ਸੈਲਫ? ਲੋਕਾਂ ਦੀ ਹਾਲਤ ਇਹ ਹੈ, ਜਿਹਨੂੰ ਬੰਦਾ ਕਹਿ ਰਿਹਾ ਕਿ ਇਹ ਮੈਂ ਹਾਂ, ਮੈਂ ਕੀ ਹਾਂ? ਮੈਂ ਜਾਂ ਤੇ ਕ੍ਰੋਧ ਹਾਂ, ਜਾਂ ਹੰਕਾਰ ਹਾਂ, ਜਾਂ ਲਸਟ ਹਾਂ, ਜਾਂ ਗਰੀਡ ਹਾਂ, ਜਾਂ ਐਂਗਰ ਹਾਂ, ਜਾਂ ਹੇਟਡ ਹਾਂ, ਜਾਂ ਜੈਲਸ ਹਾਂ। ਇਹੀ ਹਾਂ। My whole energy is going toward one direction, and that direction might be a bad deed which I want to exercise. That is the only me. ਲੋਕੀ ਉਮਰਾਂ ਲਾ ਦਿੰਦੇ ਵੀ ਬਸ ਆਪ ਵੀ ਜ਼ਿੰਦਗੀ ਲਾਤੀ, ਅਗਾਂ ਬੱਚਿਆਂ ਦੀ ਵੀ ਲਾਤੀ, ਬਸ ਆ ਦੁਸ਼ਮਣੀ ਪਾਲਣੀ ਹੈ, ਬਸ ਐਂਗਰ, ਇੱਕ ਰਿਜ਼ੈਂਟਮੈਂਟ ਅੰਦਰ ਚੱਲ ਰਹੀ, ਸਿਰਫ ਉਹਦੇ ਤੇ ਫੋਕਸ ਕਰਤਾ। ਦੈਟ ਇਹ ਹੈ ਤੂੰ। ਗਰੀਡ, ਲਾਲਚ ਪਗਾਉਂਦੇ ਉਮਰਾਂ ਕੱਢਤੀਆਂ ਬੰਦੇ ਨੇ ਨਾ। ਪਰ ਇਹ ਤੇ ਅੰਦਰ ਲਗਾਤਾਰ ਚੀਜ਼ਾਂ ਭੌਂਕ ਰਹੀਆਂ ਨੇ, ਬੋਲ ਰਹੀਆਂ ਨੇ। ਤੁਸੀਂ ਕੀ ਕਰ ਲੋਗੇ? ਤੁਸੀਂ ਮੂੰਹ ਨਾਲ ਪਾਠ ਵੀ ਕਰਕੇ ਵੇਖੋ, ਅੰਦਰ ਤੇ ਲਾਲਚ ਹੀ ਬੋਲ ਰਿਹਾ ਹੋਏਗਾ, ਅੰਦਰ ਤੇ ਕੋਈ ਫਿਕਰ ਬੋਲ ਰਿਹਾ ਹੋਏਗਾ, ਅੰਦਰ ਤੇ ਕੋਈ ਪੁਰਾਣਾ ਗੁੱਸਾ ਬੋਲ ਰਿਹਾ ਹੋਏਗਾ, ਅੰਦਰ ਤੇ ਕੋਈ ਹੰਕਾਰ ਦੀ ਕਿਸੇ ਨੇ ਚੋਟ ਲਾਈ ਉਹ ਬੋਲ ਰਹੀ ਹੋਏਗੀ, ਜਾਂ ਹੰਕਾਰ ਨੂੰ ਕਿਸੇ ਨੇ ਵਧਾ ਦਿੱਤਾ ਉਹੀ ਬੋਲ ਰਿਹਾ ਹੋਏਗਾ। ਕੀ ਕਰਾਂਗਾ ਹੁਣ ਮੈਂ? ਉਹ ਤੇ ਲਗਾਤਾਰ ਜਿਹੜਾ ਹੈ ਉਹ ਕੁੱਕਰ ਭੌਂਕ ਰਹੇ ਨੇ। ਜਿਹੜਾ ਅਸਲ ਦੇ ਵਿੱਚ ਜਿਹੜਾ ਅੰਦਰ ਬੋਲਣਾ ਚਾਹੀਦਾ ਉਹ ਤੇ ਬੋਲ ਹੀ ਨਹੀਂ ਰਿਹਾ। ਬਾਬਾ ਜੀ ਨੇ ਉਸ ਮੈਟਾਫੋਰ ਚ ਪਾਈ ਬਾਤ। ਬਾਬਾ ਜੀ ਕਹਿੰਦੇ ਇੱਥੇ ਕੁੱਕਰ ਹਉ ਬੇਗਾਨਾ, ਜਿਹੜਾ ਅਸਲ ਮਾਲਕ ਹੈ, ਜਿਹੜਾ ਅਸਲ ਰਹਿ ਰਿਹਾ ਇੱਥੇ, ਉਹ ਬੇਗਾਨਾ ਹੋ ਗਿਆ। ਉਹਦੀ ਗੱਲ ਹੀ ਨਹੀਂ ਕੋਈ ਸੁਣਦਾ। ਸੱਚ ਦੀ ਗੱਲ ਕੋਈ ਅੰਦਰ ਆ ਨਹੀਂ ਰਹੀ। ਸੱਚ ਦੀ ਗੱਲ ਲੱਗਦੀ ਬੇਗਾਨੀ ਗੱਲ ਹੈ। ਬਾਣੀ ਦੀ ਗੱਲ ਸੱਚ ਦੀ ਗੱਲ ਹੈ। ਬਾਣੀ ਦੀ ਗੱਲ ਸਾਡੀ ਗੱਲ ਹੈ, ਅਸਲ ਗੱਲ ਹੈ, ਮਨੁੱਖ ਦੀ ਗੱਲ ਹੈ। ਇਹ ਬਿਲਕੁਲ ਅਪੀਲ ਨਹੀਂ ਕਰਦੀ, ਨਾ ਮਨ ਨੂੰ ਅਪੀਲ ਕਰਦੀ ਹੈ, ਨਾ ਇੰਟਲੈਕਟ ਨੂੰ, ਬੌਧਿਕਤਾ ਨੂੰ, ਬਿਲਕੁਲ ਨਹੀਂ। ਮੈਮਰੀ ਚ ਇਹਦੇ ਲਈ ਥਾਂ ਕੋਈ ਨਹੀਂ ਹੈ। ਹੁਣ ਹਾਲਤ ਇਹ ਬਣ ਗਈ, ਇਹ ਤੇ ਬੇਗਾਨਗੀ ਵਾਲੀ ਚੀਜ਼ ਹੈ। ਬਾਬਾ ਜੀ ਕਹਿੰਦੇ ਇਸ ਕਰਕੇ ਇਤਨਾ ਬੋਲ ਰਿਹਾ ਵਾਂ, ਕਿਸੇ ਨੂੰ ਨਹੀਂ ਦੱਸਣਾ, ਕਿਸੇ ਨੂੰ ਸ਼ੋਅ ਨਹੀਂ ਕਰਨਾ। ਹਾਊ ਇੰਟੈਲੀਜੈਂਟ ਐਮ ਆਈ, ਹਾਊ ਗ੍ਰੇਟਫੁਲ ਨੌਲੇਜ ਆਈ ਹੈਵ। ਨੋ, ਆਈ ਡੋਂਟ ਹੈਵ ਦਿਸ ਕਾਈਂਡ ਆਫ ਐਨੀ wish or any sort of desire. I have only one desire. I really want to enjoy myself, and that is only possible if I will speak these words to myself. If I'm able to teach this mantra to my own real self. ਆਰੂਪਿਆ, ਇਸ ਕਰਕੇ ਕਥਨ ਹੈ ਸਾਰਾ ਹੈ। ਬਾਬਾ ਜੀ ਕਹਿੰਦੇ ਇਹ ਸਾਰੀ ਚੀਜ਼ ਜਿਹੜੀ ਹੈ ਨਾ, ਇਹ ਸਾਰਾ ਮੇਰਾ ਬੋਲਣਾ, ਬਾਬਾ ਜੀ ਨੇ ਇਹਦੇ ਚ ਭੌਂਕਣ ਦਾ ਲਫ਼ਜ਼ ਯੂਜ਼ ਕੀਤਾ ਹੈ। ਇਹ ਮੈਂ ਆਪਣੇ ਕੰਨਾਂ 'ਚ ਤਾਂ ਬੋਲ ਰਿਹਾ, ਤਾਂ ਕਹਿ ਰਿਹਾ, ਕਿਉਂਕਿ ਇੱਥੇ ਕੁੱਕਰ ਹਉ ਬੇਗਾਨਾ, ਭੌਂਕਾਂ ਇਸ ਤਨ ਤਾਈਂ। ਤਨ ਜਿਹੜੀ ਲਾਈਫ ਮੈਨੂੰ ਮਿਲੀ ਹੈ, ਆਈ ਰੀਅਲੀ ਵਾਂਟ ਟੂ ਇੰਜੋਏ ਦਿਸ, ਆਈ ਰੀਅਲੀ ਵਾਂਟ ਟੂ ਗਿਵ ਮੀਨਿੰਗ ਟੂ ਦਿਸ ਲਾਈਫ। ਅਗਲਾ ਬਚਨ ਆ, ਭਗਤਹੀਨ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ। ਸਪੋਜ਼ ਇੱਧਰ ਪ੍ਰੋਫੈਸਰ ਸਾਹਿਬ ਸਿੰਘ ਨੇ ਥੋੜ੍ਹੇ ਡਿਫਰ ਕੀਤੇ ਨੇ, ਬਟ ਆਈ ਐਮ ਗੈਟਿੰਗ ਫਰਮ ਹੇਅਰ, from different Shabdkosh, from different dictionaries, with the help of different dictionaries, I'm actually presenting this type of understanding here of this line. What Guru Nanak Sahib is saying here, as I understand, Bhagat heen Nanak je hoega. Suppose ਰੱਬ ਬਾਰੇ ਕਿਹਾ ਗਿਆ, ਰੱਬ ਬੜਾ ਚਾਪਲੂਸ ਹੈ, ਉਹ ਚਾਪਲੂਸੀ, ਰੱਬ ਚਾਪਲੂਸ ਪਸੰਦ ਹੈ, ਬੜਾ ਚਾਪਲੂਸੀਆਂ ਪਸੰਦ ਕਰਦਾ ਸਭ ਕੁਝ। ਬਾਬਾ ਜੀ ਕਹਿੰਦੇ ਐਸਾ ਕੁਛ ਨਹੀਂ ਹੈਗਾ। ਐਕਚੁਅਲ ਲੈਵਲ 'ਤੇ ਗੱਲ ਇਹ ਹੈ, ਜੇ ਤੁਸੀਂ ਭਗਤੀ ਨਹੀਂ ਕਰੋਗੇ, ਜੇ ਉਹਦੀ ਸਤੁਤੀ, ਉਹਦੀ ਪ੍ਰੇਜ਼ 'ਚ ਨਹੀਂ ਲੱਗੋਗੇ, ਠੀਕ ਹੈ, ਨਾ ਲੱਗੋ, ਤੁਹਾਡਾ ਮਨ ਉਹਦਾ ਗਾਹਕ ਨਹੀਂ ਬਣੇਗਾ। ਜਿਸ ਚੀਜ਼ ਦੀ ਤੁਸੀਂ ਪ੍ਰੇਜ਼ ਨਹੀਂ ਕਰਦੇ, ਸੁਣਦੇ ਨਹੀਂ, ਉਸ ਚੀਜ਼ ਦੇ ਗਾਹਕ ਹੀ ਨਹੀਂ ਬਣਦੇ ਤੁਸੀਂ। ਕਿਆ ਭਗਤਹੀਨ ਨਾਨਕ ਜੇ ਹੋਏਗਾ, ਜੇ ਨਾਨਕ ਭਗਤੀ ਤੋਂ ਹੀਣਾ ਹੋ ਕੇ ਚਲਾ ਜਾਏਗਾ, ਸਾਡੇ ਤੇ ਬਾਤ ਟੁਕਾ ਕੇ ਕਹੀ, ਤਾਂ ਖਸਮੈ ਨਾਉ ਨਾ ਜਾਈ, ਮਾਲਕ ਮਰ ਥੋੜ੍ਹਾ ਜਾਏਗਾ, ਉਹਦਾ ਨਾਮ ਤੇ ਕਾਇਮ ਰਹਿਣਾ। ਹਾਂ, ਇਹਦੀ ਐਗਜ਼ਾਮਪਲ ਇਹ ਕੀਤੀ ਜਾਂਦੀ, ਇੱਕ ਬਹੁਤ ਵੱਡਾ ਦਰਖਤ ਆ, ਆਪਾਂ ਬਾਤ ਕਰ ਰਹੇ ਸੀ ਨਾ ਕਿ ਮੇਲ ਕੀਜੀਏ ਬੜਨ ਸਿਓ ਹੋਤ, ਸੰਗ ਕੀਜੀਏ ਬੜਨ ਸਿਓ ਹੋਤ, ਬੜਨ ਸਿਓ ਮੇਲ, ਸਭ ਜਾਣਤ ਹੈ ਬੜਤ ਹੈ ਬਿਰਖ ਬਰਾਬਰ ਬੇਲ। ਵੀ ਜੇ ਮੇਲ ਕਰਨਾ ਹੈ ਤੇ ਆਪਣਾ ਵੱਡੇ ਦਰਖਤ ਨੂੰ ਕਰੋ। ਵੇਲ ਛੋਟੀ ਜੀ ਵੇਲ ਹੈ, ਉਹਦੇ 'ਚ ਨਾ ਕੋਈ ਤਾਕਤ ਹੈ, ਕਿਉਂਕਿ ਲੱਕੜ ਜਿੰਨੀ ਜਾਨ ਨਹੀਂ ਉਹਦੇ ਵਿੱਚ, ਉਹ ਧਰਤੀ 'ਤੇ ਤੁਰੀ ਫਿਰਦੀ ਹੈ। ਪਰ ਜੇ ਉਹ ਖੁੱਲ੍ਹੇ ਅਸਮਾਨਾਂ ਨੂੰ ਮੰਨਣਾ ਚਾਹੁੰਦੀ, ਫਿਰ ਇੱਕ ਕੰਮ ਕਰੇ, ਕਿਸੇ ਬੋਰਡ ਦਾ ਆਸਰਾ ਲਵੇ।
ਬੋੜ ਦੇ ਪੱਤੇ ਟਾਹਣੇ ਉਹਨਾਂ ਨੂੰ ਜਾ ਕੇ ਜੱਫੀਆਂ ਪਾਵੇ। ਜਿੱਡਾ ਉੱਚਾ ਬੋੜ ਆ ਉੱਡਾ ਉੱਚਾ ਹੋ ਜਾਏਗਾ। ਰੱਬ ਦਾ ਨਾਮ ਜਿੱਡਾ ਉੱਚਾ ਹੈ ਬੰਦੇ, ਤੇਰਾ ਨਾਮ ਉਨਾ ਉੱਚਾ ਹੋ ਜਾਏਗਾ, ਤੇਰਾ ਵਜੂਦ ਉਨਾ ਉੱਚਾ ਹੋ ਜਾਏਗਾ, ਤੇਰਾ ਕਿਰਦਾਰ ਉਨਾ ਉੱਚਾ ਹੋ ਜਾਏਗਾ। ਇਸ ਕਰਕੇ ਇਹਨੂੰ ਜਪ, ਇਸ ਕਰਕੇ ਇਹਨੂੰ ਆਰਾਧ, ਇਹੀ ਬਾਬਾ ਜੀ ਸਮਝਾ ਰਹੇ ਨੇ। ਬਾਕੀ ਮੇਰੇ ਜਪਣ ਜਾਂ ਨਾ ਜਪਣ ਨਾਲ, ਮੇਰੇ ਬੋਲਣ ਜਾਂ ਨਾ ਬੋਲਣ ਨਾਲ, ਮੇਰੇ ਕਥਨ ਜਾਂ ਨਾ ਕਥਨ ਕਰਨ ਦੇ ਨਾਲ ਬਾਬਾ ਜੀ ਕਹਿੰਦੇ ਉਹਦੇ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ। ਉਹ ਤੇ ਹਸਤੀ ਆਪਣੇ ਆਪ ਤੋਂ ਆਪ ਕਾਇਮ ਦਾਇਮ ਹੈ, ਸਹਿਭੰਗ ਹੈ, ਸਵੈੰਭੂ ਹੈ, ਸੈਲਫ ਇਲੂਮੀਨੇਟਿਡ ਹੈ, ਸੁਤੇ ਸਿੱਧ ਪ੍ਰਕਾਸ਼ਿਤ ਹੈ। ਇੰਨੀਆਂ ਕੁ ਬੇਨਤੀਆਂ ਨਾਲ ਇੱਥੇ ਹੀ ਖਿਮਾ ਚਾਹਾਂਗਾ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਤੇ ਚੜ੍ਹਦੀ ਕਲਾ ਦੀ ਅਰਦਾਸ ਨਾਲ ਸਮਾਪਨ ਕਰਦੇ ਹਾਂ। ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।